ਓਟ ਪਕਰੀ ਪ੍ਰਭ ਸੁਆਮੀ ਸੁਕਾਉ ਟਲ ਗੁਰ ਸੇਵੀਐ ਐਨਸ ਸਹਿਜ ਸੁਭਾਏ ਦਰਸ਼ਨ ਪਰਸੀਐ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਚਟੀਐ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਐ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਐ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਵਡਹੰਸ ਮਹਲਾ ਤੀਜਾ। ਸੁਹਾਗਣੀ ਸਦਾ ਮੁਖ ਉਜਲਾ ਗੁਰ ਕੈ ਸਹਿਜ ਸੁਭਾਏ ਸਦਾ ਫਿਰ ਰਾਵੈ ਆਪਣਾ ਵਿੱਚੋਂ ਆਪ ਗਵਾਏ। ਮੇਰੇ ਮਨ ਤੂੰ ਹਰ ਹਰ ਨਾਮ ਧਿਆਏ ਸਤਿਗੁਰ ਮੋਕੋ ਹਰ ਦੀਆ 부ਝਾਏ। ਸੁਹਾਗਣੀ ਸਦਾ ਮੁਖ ਉਜਲਾ ਗੁਰ ਕੈ ਸਹਿਜ ਸੁਭਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਕਿਰਪਾ ਦੇ ਨਾਲ ਆਪ ਸੰਗਤਾਂ ਅੰਮ੍ਰਿਤ ਵੇਲੇ ਤੋਂ ਗੁਰੂ ਦਰਬਾਰ ਦੇ ਅੰਦਰ ਬੈਠ ਰਹੇ ਹੋ। ਸਤਿਗੁਰਾਂ ਦੀ ਗੁਰਬਾਣੀ ਕੀਰਤਨ ਆਸਾ ਦੀ ਵਾਰ ਆਪ ਸੰਗਤਾਂ ਨੇ ਸਰਵਣ ਕੀਤੀ ਹੈ। ਸੋ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਦੀ ਬਖਸ਼ਿਸ਼ ਕੀਤੀ ਹੋਈ ਬਾਣੀ ਦੇ ਆਪ ਸੰਗਤਾਂ ਨੇ ਕੀਰਤਨ ਸਰਵਣ ਕੀਤੇ। ਇਸ ਵੇਲੇ ਗੁਰਬਾਣੀ ਦੀ ਕਥਾ ਜੋ ਸਤਿਗੁਰੂ ਜੀ ਸਾਨੂੰ ਅੰਮ੍ਰਿਤ ਵੇਲੇ ਉਪਦੇਸ਼ ਦੇ ਰੂਪ ਦੇ ਵਿੱਚ ਬਖਸ਼ਿਸ਼ ਕਰਦੇ ਨੇ, ਜਿਸ ਨੂੰ ਸੁਣ ਕੇ ਅਸੀਂ ਮੁਕਤੀ ਦੀਆਂ ਦਾਤਾਂ ਨੂੰ ਪ੍ਰਾਪਤ ਹੋ ਰਹੇ ਹਾਂ, ਮੁਕਤੀ ਦੇ ਦਰ ਨੂੰ ਪ੍ਰਾਪਤ ਹੋ ਰਹੇ ਹਾਂ। ਐਸੀ ਗੁਰਬਾਣੀ ਪੜ੍ਹਨ ਵਾਸਤੇ ਸੁਣਨ ਵਾਸਤੇ ਪ੍ਰਾਪਤ ਹੋਈ ਹੈ। ਆਓ ਕੁਝ ਸਮੇਂ ਲਈ ਮਨ ਨੂੰ ਟਿਕਾਈਏ, ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਵਡਹੰਸ ਮਹਲਾ ਤੀਜਾ। ਸੁਹਾਗਣੀ ਸਦਾ ਮੁਖ ਉਜਲਾ ਗੁਰ ਕੈ ਸਹਿਜ ਸੁਭਾਏ। ਗੁਰੂ ਅਮਰਦਾਸ ਮਹਾਰਾਜ ਜੀਆਂ ਦਾ ਇਹ ਸ਼ਬਦ ਆਪਾਂ ਸਰਵਣ ਕਰ ਰਹੇ ਹਾਂ, ਜਿਨ੍ਹਾਂ ਸਤਿਗੁਰਾਂ ਦੀ ਬੇਅੰਤ ਬਾਣੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਵਿੱਚ ਦਰਜ ਹੈ, ਜਿਨ੍ਹਾਂ ਦੀ ਸਿਫਤ ਕਰਦਿਆਂ ਹੋਇਆਂ ਭੱਟ ਜਨ ਆਖਦੇ ਨੇ ਤੇਰੀ ਉਪਮਾ ਤੋਹੇ ਬਣ ਆਵੇ। ਗੁਰੂ ਅਮਰਦਾਸ ਮਹਾਰਾਜ ਜੀਓ, ਜੇ ਤੁਹਾਡੀ ਵਡਿਆਈ ਦੀ ਤੁਲਨਾ ਉਦਾਹਰਨ ਕਿਸੇ ਦੂਜੇ ਦੇ ਨਾਲ ਦੇਣੀ ਹੋਵੇ ਨਾ, ਆਪਾਂ ਆਮ ਹੀ ਇਹ ਗੱਲ ਕਹਿ ਦਿੰਦੇ ਹਾਂ ਇਸ ਬੰਦੇ ਵਿੱਚ ਫਲਾਣੇ ਬੰਦੇ ਵਰਗੇ ਗੁਣ ਨੇ, ਜਾਂ ਇਹਦੇ ਅੰਗ ਜਿਹੜੇ ਨੇ ਜਾਂ ਸਰੀਰ ਦਾ ਜੋ ਰੰਗ ਰੂਪ ਹੈ ਇਹ ਫਲਾਣੇ ਬੰਦੇ ਦੇ ਨਾਲ ਮਿਲਦਾ ਹੈ। ਪਰ ਇੱਥੇ ਭੱਟ ਜਾਨ ਇਹ ਗੱਲ ਕਹਿ ਰਹੇ ਨੇ, ਕਹਿਣ ਲੱਗੇ ਗੁਰੂ ਅਮਰਦਾਸ ਪਾਤਸ਼ਾਹ ਜੀ, ਜੇ ਤੁਹਾਡੀ ਉਪਮਾ ਦੇਣੀ ਹੋਵੇ ਨਾ, ਕਿਸੇ ਦੇ ਨਾਲ ਦੱਸਣਾ ਹੋਵੇ ਵੀ ਤੁਹਾਡੇ ਵਰਗਾ ਕੌਣ ਹੈ, ਤੁਹਾਡੇ ਵਿੱਚ ਗੁਣ ਜਿਹੜੇ ਨੇ ਉਹ ਕਿਹਦੇ ਵਰਗੇ ਨੇ, ਤੁਹਾਡਾ ਰੂਪ ਕਿਹਦੇ ਵਰਗਾ ਹੈ, ਤੇ ਫਿਰ ਦੁਨੀਆ ਵਿੱਚ ਕੋਈ ਵੀ ਇਹੋ ਜਿਹਾ ਨਾ ਕੋਈ ਪੈਗੰਬਰ ਹੈ, ਨਾ ਕੋਈ ਅਵਤਾਰ ਹੈ, ਨਾ ਕੋਈ ਮਨੁੱਖ ਹੈ, ਕੋਈ ਇਹੋ ਜਿਹਾ ਨਹੀਂ ਜਿਹਦੇ ਤੁਲ ਤੁਹਾਡੀ ਉਪਮਾ ਦਿੱਤੀ ਜਾ ਸਕੇ। ਐਸੇ ਨੇ ਗੁਰੂ ਅਮਰਦਾਸ ਜੀ ਜੋ ਸਾਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ। ਮਹਾਰਾਜ ਬਖਸ਼ਿਸ਼ ਕਰਦੇ ਕਹਿਣ ਲੱਗੇ ਗੁਰ ਕੈ, ਗੁਰੂ ਦੇ ਬਖਸ਼ਿਸ਼ ਕੀਤੇ ਹੋਏ ਸ਼ਾਂਤੀ ਸੁਭਾਅ ਦੇ ਨਾਲ। ਇਹ ਜਿਹੜਾ ਸ਼ਾਂਤ ਸੁਭਾਅ ਹੈ ਨਾ,
ਇਹ ਸ਼ਾਂਤ ਸੁਭਾਅ ਵੀ ਗੁਰੂ ਕਿਰਪਾ ਨਾਲ ਪ੍ਰਾਪਤ ਹੁੰਦਾ। ਸ਼ਾਂਤੀ ਵੀ ਐਵੇਂ ਨਹੀਂ ਮਨ ਨੂੰ ਆਉਂਦੀ। ਮਨ ਦੀ ਸ਼ਾਂਤੀ ਵਾਸਤੇ ਦੁਨੀਆ ਦੌੜੀ ਫਿਰਦੀ ਹੈ, ਪਰ ਪ੍ਰਾਪਤ ਨਹੀਂ ਹੋ ਰਹੀ। ਸ਼ਾਂਤੀ ਹੋਣੀ ਹੈ ਗੁਰੂ ਦੇ ਬਖਸ਼ਿਸ਼ ਕੀਤੇ ਸੁਭਾਅ ਦੇ ਵਿੱਚੋਂ, ਅੰਦਰੋਂ ਮਨ ਨੇ ਸ਼ਾਂਤ ਹੋ ਜਾਣਾ। ਗੁਰ ਕੈ ਸਹਿਜ ਸੁਭਾਏ, ਗੁਰੂ ਦੇ ਬਖਸ਼ਿਸ਼ ਕੀਤੇ ਹੋਏ ਸ਼ਾਂਤੀ ਸੁਭਾਅ ਦੇ ਵਿੱਚ ਜਿਹੜੇ ਗੁਰਮੁਖ ਬੈਠੇ ਨੇ, ਤੇ ਮਹਾਰਾਜ ਕਹਿਣ ਲੱਗੇ ਸੁਹਾਗਣੀ ਤਿਨਾ ਮੁਖ ਉਜਲਾ। ਉਹ ਸੁਹਾਗਵੰਤੀਆਂ ਜਿਹੜੀਆਂ ਗੁਰਮੁਖ ਇਸਤਰੀਆਂ ਨੇ, ਨਾਮ ਜਪਣ ਵਾਲੀਆਂ ਰੂਹਾਂ ਨੇ, ਉਹਨਾਂ ਦੇ ਮੁਖ ਲੋਕ ਦੇ ਵਿੱਚ ਤੇ ਪਰਲੋਕ ਦੇ ਵਿੱਚ ਉਜਲੇ ਹੀ ਰਹਿੰਦੇ। ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਉਹਨਾਂ ਦੇ ਮੁਖ ਇਹੋ ਜਿਹੇ ਉਜਲ ਹੋ ਜਾਂਦੇ ਨੇ, ਸ਼ੋਭਾ ਵਾਲੇ ਬਣ ਜਾਂਦੇ ਨੇ। ਇਸ ਲੋਕ ਦੇ ਵਿੱਚ ਵੀ ਇੱਜ਼ਤ ਮਿਲਦੀ ਹੈ, ਪਰਲੋਕ ਦੇ ਵਿੱਚ ਵੀ ਮਿਲਦੀ ਹੈ। ਤੇ ਪਾਤਸ਼ਾਹ ਕਹਿਣ ਲੱਗੇ ਪਤਾ ਨਹੀਂ ਕਿੰਨਿਆਂ ਕੁ ਨੂੰ ਆਪਣੀ ਸੰਗਤ ਦੇ ਕੇ, ਨਾਮ ਜਪਾ ਕੇ ਉਹ ਸੰਸਾਰ ਦੇ ਬਹੁਤੇ ਲੋਕਾਂ ਦਾ ਭਲਾ ਵੀ ਕਰ ਦਿੰਦੇ। ਕੀਤੀ ਛੁੱਟੀ ਨਾਲ, ਕਿੰਨੇ ਕੁ ਨਾਲ ਹੋਰ ਛੁੱਟ ਜਾਣਗੇ, ਗਿਣਤੀ ਕੋਈ ਨਹੀਂ ਹੈ। ਸਤਿਗੁਰੂ ਬਖਸ਼ਦੇ ਨੇ, ਕਹਿਣ ਲੱਗੇ ਜਿਹੜੀਆਂ ਸੁਹਾਗਣਾ ਨੇ, ਸੁਹਾਗਣਾ ਕੌਣ ਨੇ? ਜਿਨ੍ਹਾਂ ਨੇ ਪਤੀ ਪਰਮੇਸ਼ਰ ਨੂੰ ਪਾਇਆ ਹੈ। ਸੁਹਾਗਣ ਉਹਨੂੰ ਹੀ ਕਿਹਾ ਜਾਂਦਾ ਨਾ ਜਿਹਦਾ ਪਤੀ ਜਿਉਂਦਾ ਹੋਵੇ। ਇੱਥੇ ਸੁਹਾਗਣਾ ਉਹ ਨੇ ਜਿਨ੍ਹਾਂ ਨੇ ਪਤੀ ਪਰਮੇਸ਼ਰ ਨੂੰ ਜਾਣਿਆ ਹੈ ਤੇ ਜਿਨ੍ਹਾਂ ਨੇ ਉਸ ਨੂੰ ਪਾਇਆ ਹੈ। ਉਹ ਗੁਰਮੁਖ ਇਸਤਰੀਆਂ, ਗੁਰਮੁਖ ਸੁਭਾਅ ਵਾਲੀਆਂ ਰੂਹਾਂ ਜਿਹੜੀਆਂ ਨੇ, ਮਹਾਤਮਾ ਜਿਹੜੇ ਨੇ, ਉਹਨਾਂ ਦੇ ਮੁਖ ਉਜਲੇ ਨੇ ਭਾਈ ਇਸ ਲੋਕ ਦੇ ਵਿੱਚ। ਇੱਥੇ ਵੀ ਜੈ ਜੈਕਾਰ ਹੈ ਤੇ ਪਰਲੋਕ ਦੇ ਵਿੱਚ ਵੀ ਉਹਨਾਂ ਦੀ ਜੈ ਜੈਕਾਰ ਹੁੰਦੀ ਹੈ। ਅਤੇ ਉਹਨਾਂ ਨੇ ਗੁਰੂ ਕਿਰਪਾ ਦੇ ਨਾਲ ਮੁਖ ਉਜਲਾ ਕਰਕੇ ਸ਼ਾਂਤੀ ਸੁਭਾਅ ਗੁਰੂ ਰਹਿਮਤ ਨਾਲ ਪ੍ਰਾਪਤ ਕੀਤਾ ਹੈ। ਸਦਾ ਫਿਰਾਵੇ ਆਪਣਾ ਵਿੱਚੋਂ ਆਪ ਗਵਾਏ। ਸਾਡੇ ਹਿਰਦੇ ਵਿੱਚ ਹੰਕਾਰ ਹੈ। ਹੰਕਾਰ ਕਰਕੇ ਅਸੀਂ ਪਰਮੇਸ਼ਰ ਨੂੰ ਮਿਲ ਨਹੀਂ ਪਾ ਰਹੇ। ਮਹਾਰਾਜ ਜੀ ਦਾ ਬਚਨ ਪੜ੍ਹਦੇ ਹਾਂ, ਹਉ ਵਿੱਚ ਆਇਆ। ਜਦੋਂ ਅਸੀਂ ਦੁਨੀਆ ਵਿੱਚ ਆਏ ਹਾਂ, ਹਉਮੈ ਕਰਕੇ, ਹੰਕਾਰ ਕਰਕੇ ਆਏ। ਹਉ ਵਿੱਚ ਗਿਆ, ਦੁਨੀਆ ਵਿੱਚ ਰਿਹਾ, ਇੱਥੇ ਵੀ ਹਉ ਹਉ ਕਰਦਾ ਰਿਹਾ, ਮੇਰੇ ਵਰਗਾ ਕੋਈ ਨਹੀਂ ਹੈ। ਤੇ ਮਰਨ ਲੱਗਿਆ ਵੀ ਆਖਿਆ ਮੇਰੇ ਵਰਗਾ ਕੋਈ ਨਹੀਂ ਹੈ। ਹਉਮੈ ਕਰਦਾ ਹੀ ਮਰ ਗਿਆ। ਹਉ ਵਿੱਚ ਆਇਆ, ਹਉ ਵਿੱਚ ਗਿਆ, ਹਉ ਵਿੱਚ ਦਿੱਤਾ, ਹਉ ਵਿੱਚ ਲਿਆ। ਕੋਈ ਵੀ ਕੰਮ ਕਰਦਾ ਹੈ ਨਾ ਦੁਨੀਆ 'ਤੇ ਆ ਕੇ, ਜੀਵਨ ਦੇ ਵਿੱਚ ਹੰਕਾਰ ਦੇ ਸਮੇਤ ਹੀ ਕਰਦਾ। ਮੈਂ ਕਰ ਸਕਦਾ, ਮੇਰੇ ਬਿਨਾਂ ਹੋ ਹੀ ਨਹੀਂ ਸਕਦਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜਿਨ੍ਹਾਂ ਨੇ ਵਿੱਚੋਂ ਹੋ ਆਪ ਗਵਾਏ, ਆਪਣੇ ਹਿਰਦੇ ਵਿੱਚੋਂ ਜਿਨ੍ਹਾਂ ਨੇ ਆਪਾ ਭਾਵ ਗਵਾਇਆ, ਹੰਕਾਰ ਗਵਾਇਆ ਕਿ ਮੈਂ ਕੁਝ ਹਾਂ, ਪ੍ਰਾਪਤੀ ਉਹਨਾਂ ਨੂੰ ਹੈ। ਜਿਹਦੇ ਹਿਰਦੇ ਵਿੱਚ ਹੰਕਾਰ ਹੈ, ਪ੍ਰਾਪਤੀ ਕਿਵੇਂ ਹੈ? ਆਪਾਂ ਇੱਕ ਸਾਖੀ ਸਰਵਣ ਕਰਦੇ ਸੀ ਕਿ ਇੱਕ ਰਾਜੇ ਨੇ ਮਹਾਤਮਾ ਨੂੰ ਆਖਿਆ ਸੀ ਮੈਨੂੰ ਉਪਦੇਸ਼ ਦਿਓ। ਸਾਖੀ ਵੱਡੀ ਹੈ, ਕੇਵਲ ਆਪਾਂ ਇਸ਼ਾਰਾ ਮਾਤਰ ਸਮਝਾਂਗੇ। ਤੇ ਮਹਾਤਮਾ ਜਾਣਦੇ ਸਨ ਵੀ ਇਹਦਾ ਤੇ ਅੰਦਰ ਭਰਿਆ ਪਿਆ ਵਕਾਰਾਂ ਦੇ ਨਾਲ, ਲੋਭ ਦੇ ਨਾਲ, ਲਾਲਚ ਦੇ ਨਾਲ, ਤੇ ਉਪਦੇਸ਼ ਕਿੱਥੇ ਪਾਵਾਂਗੇ? ਹੁਣ ਰਾਜੇ ਨੂੰ ਸਿੱਧਾ ਜੇ ਕਹਿ ਦਿੰਦੇ ਵੀ ਤੇਰਾ ਤੇ ਮਨ ਭਰਿਆ ਪਿਆ ਵਕਾਰਾਂ ਦੇ ਨਾਲ, ਲਾਲਚ ਦੇ ਨਾਲ, ਲੋਭ ਦੇ ਨਾਲ, ਤੇ ਰਾਜੇ ਨੂੰ ਗੱਲ ਸਮਝ ਨਹੀਂ ਸੀ ਪੈਣੀ। ਤੇ ਮਹਾਤਮਾ ਨੇ ਤਰੀਕਾ ਅਪਣਾਇਆ, ਕਹਿਣ ਲੱਗੇ ਸੋਹਣਾ ਮਕਾਨ ਬਣਾਓ। ਬਣਾਇਆ ਗਿਆ, ਇਹਦੇ ਵਿੱਚ ਲੱਕੜਾਂ ਭਰ ਦਿਓ। ਲੱਕੜਾਂ ਭਰ ਦਿੱਤੀਆਂ, ਥੰਮੀਆਂ ਖੜੀਆਂ ਕਰ ਦਿੱਤੀਆਂ। ਜਦੋਂ ਦਰਵਾਜ਼ੇ ਤੱਕ ਥੰਮੀਆਂ ਨਾਲ ਭਰ ਦਿੱਤਾ ਤੇ ਫਿਰ ਮਹਾਤਮਾ ਕਹਿੰਦੇ ਰਾਜਨੇ ਦੇ ਅੰਦਰ ਖੜ ਜਾ ਕੇ। ਰਾਜਾ ਹੈਰਾਨ ਹੋ ਗਿਆ, ਕਹਿਣ ਲੱਗਾ ਜੀ ਕਮਰਾ ਤੇ ਭਰ ਗਿਆ ਥੰਮਾਂ ਦੇ ਨਾਲ, ਲੱਕੜਾਂ ਦੇ ਨਾਲ, ਮੈਂ ਕਿੱਥੇ ਖੜਾ? ਜਦੋਂ ਇਹ ਬਚਨ ਰਾਜੇ ਦੇ ਮੂੰਹੋਂ ਨਿਕਲਿਆ ਤੇ ਫਿਰ ਮਹਾਤਮਾ ਕਹਿਣ ਲੱਗੇ ਬਸ ਇਸੇ ਤਰ੍ਹਾਂ ਤੇਰਾ ਅੰਦਰ ਵੀ ਲਾਲਚ ਦੇ ਨਾਲ ਭਰਿਆ ਹੋਇਆ, ਵਕਾਰਾਂ ਨਾਲ ਭਰਿਆ ਹੋਇਆ, ਲੋਭ ਨਾਲ ਭਰਿਆ ਹੋਇਆ, ਤੇ ਅਸੀਂ ਤੇਰੇ ਅੰਦਰ ਕਿੱਥੇ ਪਾਈਏ ਉਪਦੇਸ਼? ਜਿਵੇਂ ਭਰੇ ਹੋਏ ਕਮਰੇ ਵਿੱਚ ਨਹੀਂ ਖੜਿਆ ਜਾ ਸਕਦਾ, ਭਰੇ ਹੋਏ ਸਰੀਰ ਦੇ ਨਾਲ, ਭਰੇ ਹੋਏ ਮਨ ਦੇ ਨਾਲ ਵੀ ਇੱਥੇ ਉਪਦੇਸ਼ ਨਹੀਂ ਖੜਦਾ। ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੇ ਕੋਲੋਂ ਹੁਸ਼ਿਆਰਪੁਰ ਦੇ ਰਹਿਣ ਵਾਲਾ ਸਿੱਖ ਪੁੱਛਦਾ ਨਾ ਭਾਈ ਮੰਝ ਆ ਕੇ ਵੀ ਮਹਾਰਾਜ ਸਿੱਖੀ ਦੇ ਦਿਓ। ਤੇ ਸਤਿਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨਹੀਂ, ਸਿੱਖੀ ਨਹੀਂ ਦੇਣੀ ਹੈ। ਹੈਰਾਨ ਹੋ ਗਿਆ, ਮਹਾਰਾਜ ਕਿਉਂ ਨਹੀਂ ਦੇਣੀ? ਮੈਂ ਤੇ ਤੁਹਾਡੇ ਪੰਥ ਦੇ ਵਿੱਚ ਆਉਣਾ ਚਾਹੁੰਦਾ ਹਾਂ, ਤੁਹਾਡੇ ਧਰਮ ਦੇ ਵਿੱਚ ਆਉਣਾ ਚਾਹੁੰਦਾ ਹਾਂ, ਤੁਸੀਂ ਮੈਨੂੰ ਨਾ ਕਿਉਂ ਕਰਦੇ ਹੋ? ਤੇ ਗੁਰੂ ਅਰਜਨ ਦੇਵ ਪਾਤਸ਼ਾਹ ਕਹਿਣ ਲੱਗੇ ਸਿੱਖੀ ਦੇ ਉੱਪਰ ਸਿੱਖੀ ਨਹੀਂ ਖਲੋਂਦੀ ਹੈ।
ਹੈਰਾਨ ਹੋ ਕੇ ਪੁੱਛਿਆ, ਮਹਾਰਾਜ ਕਾਰਨ ਕੀ ਹੈ? ਸਤਿਗੁਰੂ ਪਾਤਸ਼ਾਹ ਕਹਿੰਦੇ, ਤੂੰ ਪਹਿਲਾਂ ਹੀ ਸਿੱਖ ਬਣਿਆ ਹੋਇਆ ਕਿਸੇ ਹੋਰ ਦਾ, ਤੇ ਜਦੋਂ ਤੂੰ ਪਹਿਲਾਂ ਹੀ ਬਣਿਆ ਹੋਇਆ, ਹੁਣ ਤੈਨੂੰ ਅਸੀਂ ਆਪਣਾ ਉਪਦੇਸ਼ ਦੇ ਦਈਏ, ਨਾ ਤੂੰ ਉਧਰ ਜੋਗਾ ਰਹਿਣਾ, ਨਾ ਤੂੰ ਸਾਡੇ ਜੋਗਾ ਰਹਿਣਾ, ਤੇ ਭਲਾ ਨਹੀਂ ਹੋਣਾ। ਜਾਂ ਜਿਹਦਾ ਬਣਿਆ ਉਹਦਾ ਹੀ ਬਣਿਆ ਰਹੋ, ਤੇ ਜੇ ਸਾਡਾ ਬਣਨਾ ਫਿਰ ਉਹਨੂੰ ਛੱਡਣਾ ਪਵੇਗਾ। ਮਹਾਰਾਜ ਦੇ ਜੀਵਨ ਤੋਂ ਇੰਨਾ ਪ੍ਰਭਾਵਿਤ ਹੋਇਆ, ਕਹਿਣ ਲੱਗਾ, ਮਹਾਰਾਜ ਮੈਂ ਸਖੀ ਸਰਵਰ ਦਾ ਪੁਜਾਰੀ ਹਾਂ, ਜੇ ਤੁਸੀਂ ਉਪਦੇਸ਼ ਦਿਓਗੇ, ਸਿੱਖ ਬਣਾਓਗੇ, ਮੈਂ ਇਹਨੂੰ ਹੁਣੇ ਹੀ ਆਪਣੇ ਮਨ ਤੋਂ ਛੱਡਿਆ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਨਹੀਂ ਭਾਈ ਮੰਝ, ਇਸ ਤਰ੍ਹਾਂ ਨਹੀਂ, ਗੱਲਾਂ ਦੇ ਨਾਲ ਗੱਲ ਨਹੀਂ ਬਣਨੀ। ਜੇ ਤੂੰ ਸਾਡੀ ਸਿੱਖੀ ਲੈਣੀ ਚਾਹੁੰਦਾ ਹੈ, ਉਹਨੂੰ ਮਨੋਂ ਤਿਆਗਣਾ ਚਾਹੁੰਦਾ, ਫਿਰ ਤੇਰੇ ਘਰ ਵਿੱਚ ਉਹਦੀ ਬਣੀ ਹੋਈ ਹੈ ਜਗ੍ਹਾ, ਤੇ ਉਹਨੂੰ ਜਾ ਕੇ ਹਟਾ, ਆਪਣੇ ਘਰ ਦੇ ਵਿੱਚੋਂ ਬਾਹਰ ਕੱਢ। ਜੋ ਵੀ ਫੋਟੋਆਂ ਘਰੇ ਰੱਖੀਆਂ, ਤਸਵੀਰਾਂ ਰੱਖੀਆਂ ਨੇ, ਧਾਗੇ ਤਵੀਰ ਜੋ ਵੀ ਉਹਦੇ ਨਾਮ ਦੇ ਨੇ, ਉਹ ਕੱਢ ਬਾਹਰ, ਆਪਣੇ ਘਰੋਂ ਬਾਹਰ, ਫਿਰ ਸਾਡੇ ਕੋਲ ਆਈ, ਫਿਰ ਤੈਨੂੰ ਅਸੀਂ ਦੇਵਾਂਗੇ ਸਿੱਖੀ ਦੀ ਦਾਤ। ਇਸੇ ਤਰ੍ਹਾਂ ਕੀਤਾ। ਫਿਰ ਮਹਾਰਾਜ ਨੇ ਸਿੱਖੀ ਬਖਸ਼ਿਸ਼ ਕੀਤੀ। ਭਾਈ ਮੰਝ ਦਾ ਇਤਿਹਾਸ ਆਪਾਂ ਕਈ ਵਾਰੀ ਸਰਵਣ ਕੀਤਾ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਪਹਿਲਾਂ ਤੇਰੇ ਮਨ ਵਿੱਚ ਹਉਮੈ ਬਹੁਤ ਹੈ, ਹੰਕਾਰ ਬਹੁਤ ਹੈ, ਤੇ ਭਰੇ ਹੋਏ ਹੰਕਾਰ ਦੇ ਨਾਲ ਤੈਨੂੰ ਉਪਦੇਸ਼ ਕਿਵੇਂ ਦਈਏ? ਜਿਵੇਂ ਉਸ ਮਹਾਤਮਾ ਨੇ ਰਾਜੇ ਨੂੰ ਆਖਿਆ ਸੀ ਵੀ ਤੇਰਾ ਮਨ ਤੇ ਪਹਿਲਾਂ ਹੀ ਭਰਿਆ ਹੋਇਆ, ਤੇ ਮੈਂ ਉਪਦੇਸ਼ ਕਿੱਥੇ ਪਾਵਾਂ? ਜਾਂ ਤੇਰਾ ਮਨ ਪਹਿਲਾਂ ਹੀ ਕਿਸੇ ਹੋਰ ਦਾ ਹੋ ਚੁੱਕਿਆ ਹੈ, ਤੇ ਫਿਰ ਅਸੀਂ ਉਹਨੂੰ ਆਪਣਾ ਕਿਵੇਂ ਕਰੀਏ? ਜਿਵੇਂ ਭਾਈ ਮੰਝ ਨੂੰ ਆਖਿਆ ਸੀ, ਤੇਰਾ ਮਨ ਤੇ ਸਖੀ ਸਰਵਰ ਦਾ ਬਣ ਗਿਆ ਹੈ, ਅਸੀਂ ਤੈਨੂੰ ਸਿੱਖ ਕਿਵੇਂ ਬਣਾਈਏ? ਇੱਕ ਪਾਸੇ ਹੋ। ਸਤਿਗੁਰੂ ਇੱਥੇ ਬਚਨ ਕਰਦੇ ਨੇ, ਕਹਿਣ ਲੱਗੇ, ਭਾਈ ਬਚਨ ਇਹ ਹੈ, ਵਿੱਚੋਂ ਆਪ ਗਵਾਏ। ਪਹਿਲਾਂ ਆਪਣੇ ਮਨ ਦੇ ਵਿੱਚੋਂ ਜਿਹੜੇ ਭਰੇ ਹੋਏ ਵਕਾਰ ਨੇ, ਕਾਮ ਹੈ, ਕ੍ਰੋਧ ਹੈ, ਲੋਭ ਹੈ, ਮੋਹ ਹੈ, ਤੇ ਸਾਰਿਆਂ ਤੋਂ ਵੱਡਾ ਜੋ ਹੰਕਾਰ ਹੈ, ਇਹਨੂੰ ਗਵਾ ਪਰੇ ਕਰ। ਜਦੋਂ ਮਨ ਤੇਰਾ ਖਾਲੀ ਹੋਵੇਗਾ ਨਾ, ਸਾਫ਼ ਹੋਵੇਗਾ, ਭਾਂਡਾ ਹੋਵੇਗਾ। ਇੱਕ ਬਚਨ ਆਪਾਂ ਬੜਾ ਸੋਹਣਾ ਗੁਰਬਾਣੀ ਦਾ ਪੜ੍ਹਦੇ ਹਾਂ। ਮਹਾਰਾਜ ਕਹਿਣ ਲੱਗੇ, ਵਸਤੂ ਅੰਦਰ ਵਸਤ ਸਮਾਵੈ, ਜੇ ਦੂਜੀ ਹੋਵੇ ਪਾਸ। ਹੁਣ ਇਹ ਆਸਾ ਦੀ ਵਾਰ ਆਪਾਂ ਸਰਵਣ ਕੀਤੀ ਹੈ ਨਾ, ਉਹਦੇ ਵਿੱਚ ਮਹਾਰਾਜ ਨੇ ਬਚਨ ਲਿਖਿਆ, ਵਸਤੂ ਜਿਹੜਾ ਭਾਂਡਾ ਹੈ ਨਾ, ਜੇ ਉਹ ਦੁੱਧ ਦਾ ਪਹਿਲਾਂ ਹੀ ਭਰਿਆ ਪਿਆ ਕੰਢੇ ਤੱਕ, ਤੇ ਆਪਾਂ ਆਖੀਏ ਵੀ ਇਹਦੇ ਵਿੱਚ ਦੁੱਧ ਹੋਰ ਜੱਗ ਭਰ ਕੇ ਪਾ ਦਈਏ, ਤੇ ਉਹ ਡੁੱਲੇਗਾ, ਚੁੱਲ੍ਹੇ ਵਿੱਚ ਪਵੇਗਾ, ਭਾਂਡੇ ਵਿੱਚ ਨਹੀਂ ਸਮਾਉਣਾ। ਕੀ ਕਰਨਾ ਪਵੇਗਾ? ਭਰਿਆ ਹੋਇਆ ਪਤੀਲਾ ਪਹਿਲਾਂ ਖਾਲੀ ਕਰਨਾ ਪਵੇਗਾ, ਕਿਸੇ ਹੋਰ ਭਾਂਡੇ ਵਿੱਚੋਂ ਦੁੱਧ ਕੱਢਣਾ ਪਵੇਗਾ। ਪਤੀਲਾ ਖਾਲੀ ਕੀਤਾ, ਫਿਰ ਦੁਬਾਰਾ ਉਹਦੇ ਵਿੱਚ ਜੱਗ ਦੁੱਧ ਦਾ ਪੈ ਸਕਦਾ। ਵਸਤੂ ਅੰਦਰ ਵਸਤ ਸਮਾਵੈ, ਭਾਂਡੇ ਦੇ ਵਿੱਚ ਵਸਤੂ ਤਾਂ ਸਮਾ ਸਕਦੀ ਹੈ ਜੇ ਦੂਜੀ ਹੋਵੇ ਪਾਸ, ਜਿਸ ਦੇ ਨਾਲ ਭਾਂਡਾ ਪਹਿਲਾਂ ਭਰਿਆ ਸੀ, ਜੇ ਉਹਨੂੰ ਪਰੇ ਕਰੇਗਾ, ਖਾਲੀ ਕਰੇਗਾ, ਤੇ ਤਾਂ ਦੁਬਾਰਾ ਚੀਜ਼ ਪੈਣੀ। ਇਹ ਤਾਂ ਸਾਨੂੰ ਸਮਝ ਆ ਗਈ ਹੈ। ਅਸੀਂ ਰਸੋਈ ਵਿੱਚ ਰੋਜ਼ ਕੰਮ ਕਰਦੇ ਹਾਂ, ਘਰ ਵਿੱਚ ਰੋਜ਼ ਕੰਮ ਕਰਦੇ ਹਾਂ, ਵੀ ਜੇ ਗਲਾਸ ਪਹਿਲਾਂ ਭਰਿਆ ਤੇ ਉਹਨੂੰ ਖਾਲੀ ਕਰੇਗਾ ਤੇ ਦੁਬਾਰਾ ਤਾਂ ਕੁਝ ਪੈਣਾ। ਪਰ ਜਦੋਂ ਮਨ ਦੀ ਗੱਲ ਆਉਂਦੀ ਹੈ, ਇੱਥੇ ਅਸੀਂ ਅਣਜਾਣ ਹੋ ਜਾਂਦੇ, ਕਹਿੰਦੇ ਸਾਨੂੰ ਪਤਾ ਹੀ ਨਹੀਂ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਉਹ ਭਰੇ ਹੋਏ ਪਤੀਲੇ ਦੇ ਵਾਂਗ ਤੇਰਾ ਮਨ ਵੀ ਭਰਿਆ ਪਿਆ ਵਕਾਰਾਂ ਦੇ ਨਾਲ, ਤੇ ਪਤੀਲਾ ਖਾਲੀ ਕਰਕੇ ਦੁਬਾਰਾ ਜੇ ਦੁੱਧ ਪਾਉਣਾ ਚਾਹੁੰਦਾ, ਤੇ ਪਹਿਲੇ ਵਕਾਰਾਂ ਨੂੰ ਬਾਹਰ ਡੋਲ, ਪਰੇ ਕਰ, ਤੇ ਮਨ ਖਾਲੀ ਹੋਵੇਗਾ, ਤਾਂ ਉਪਦੇਸ਼ ਇਹਦੇ ਵਿੱਚ ਆ ਕੇ ਟਿਕਣਾ। ਵਸਤੂ ਅੰਦਰ ਵਸਤ ਸਮਾਵੈ, ਜੇ ਦੂਜੀ ਹੋਵੇ ਪਾਸ। ਇਹ ਬਚਨ ਨੇ ਮਹਾਰਾਜ ਦੇ। ਸਤਿਗੁਰੂ ਕਹਿ ਰਹੇ ਨੇ, ਕਹਿਣ ਲੱਗੇ, ਵਿੱਚੋਂ ਆਪ ਗਵਾਏ। ਪਹਿਲਾਂ ਆਪਣੇ ਹਿਰਦੇ ਵਿੱਚੋਂ ਹੰਕਾਰ ਜਾਂ ਜਿਹੜਾ ਵੀ ਵਕਾਰ ਹੈ ਨਾ, ਉਹਨੂੰ ਪਰੇ ਕਰ। ਤੇ ਫਿਰ ਪਾਤਸ਼ਾਹ ਕਹਿਣ ਲੱਗੇ, ਸਦਾ ਪਿਰ ਰਾਵੇ ਆਪਣਾ। ਜਿਹੜਾ ਪਰਮਾਤਮਾ ਹੈ ਨਾ, ਪਤੀ ਰੂਪ ਦੇ ਵਿੱਚ, ਫਿਰ ਉਹਨੂੰ ਰਾਵੇ ਕਹੀਏ, ਮਾਣੇਗਾ, ਫਿਰ ਉਹ ਪਤੀ ਰੂਪ ਦੇ ਵਿੱਚ ਤੈਨੂੰ ਮਿਲੇਗਾ, ਜਦੋਂ ਆਪਣੇ ਮਨ ਨੂੰ ਖਾਲੀ ਕਰਕੇ ਉਹਦੇ ਲਈ ਛੱਡੇਗਾ। ਮਨ ਤੇ ਭਰਿਆ ਪਿਆ, ਰੱਬ ਵਾਸਤੇ ਜਗ੍ਹਾ ਹੀ ਕਿੱਥੇ ਆ, ਤੇ ਫਿਰ ਮਨ ਵਿੱਚ ਕਿਵੇਂ ਬੈਠੇ ਆ ਗਏ? ਤਾਂ ਉਸ ਪਰਮਾਤਮਾ ਦੇ ਨਾਮ ਨੂੰ ਤੂੰ ਉਚਾਰ ਸਕਦਾ, ਜਪ ਸਕਦਾ, ਤਾਂ ਉਹਨੂੰ ਪਤੀ ਦੇ ਰੂਪ ਦੇ ਵਿੱਚ ਪਾ ਸਕਦਾ, ਪਰਮੇਸ਼ਰ ਨੂੰ। ਤਾਂ ਤੂੰ ਆਪਣੇ ਆਪ ਨੂੰ ਸੁਹਾਗਣ ਕਹਿ ਸਕਦਾ, ਗੁਰਮੁਖ ਕਹਿ ਸਕਦਾ, ਜੇ ਆਪਣੇ ਹੰਕਾਰ ਨੂੰ ਪਹਿਲਾਂ ਦੂਰ ਕਰਨਾ ਕਰੇ। ਮੇਰੇ ਮਨ ਤੂੰ ਹਰ ਹਰ ਨਾਮ ਧਿਆਏ। ਮੇਰਿਆ ਮਨਾ, ਜਿਹੜਾ ਸਾਰਿਆਂ ਨੂੰ ਹਰੇ ਭਰੇ ਕਰਨ ਵਾਲਾ, ਸ਼ੁਭ ਗੁਣਾਂ ਦੇ ਨਾਲ, ਬਖਸ਼ਿਸ਼ਾਂ ਦੇ ਨਾਲ ਜਿਹੜਾ ਹਰਿਆ ਕਰਦਾ ਨਾ, ਸਾਰਿਆਂ ਨੂੰ ਭਰਦਾ ਪਿਆ ਪਰਮੇਸ਼ਰ, ਉਹਦੇ ਨਾਮ ਨੂੰ ਧਿਆਉਣਾ ਕਰ, ਉਹਦੇ ਨਾਮ ਨੂੰ ਜਪਣਾ ਕਰ।
ਜਿਹੜਾ ਸਾਰਿਆਂ ਨੂੰ ਜੀਵਨ ਦਾ ਦਾਨ ਦੇਣ ਵਾਲਾ ਹੈ। ਸਤਿਗੁਰ ਮੋਕੋ ਹਰ ਦਿਆ 부ਝਾਏ। ਇਹ ਦਾਤ ਕਿੱਥੋਂ ਮਿਲਦੀ ਹੈ? ਪਰਮੇਸ਼ਰ ਕਿੱਥੋਂ ਮਿਲਦਾ? ਕਹਿੰਦੇ ਸਤਿਗੁਰ ਮੋਕੋ, ਮੇਰੇ ਗੁਰੂ ਨੇ। ਜਦੋਂ ਮੈਂ ਆਪਣੇ ਗੁਰੂ ਦੇ ਕੋਲ ਗਿਆ ਨਾ, ਜਾ ਕੇ ਤਰਲਾ ਕੀਤਾ, ਮਹਾਰਾਜ ਰਹਿਮ ਕਰੋ, ਤੇ ਫਿਰ ਗੁਰੂਆਂ ਨੇ ਬੁਝਾਰਤ ਬੁਝਾ ਦਿੱਤੀ, ਸਮਝਾ ਦਿੱਤੀ। ਛੋਟੇ ਹੁੰਦੇ ਬੁਝਾਰਤਾਂ ਪਾਉਂਦੇ ਸੀ ਨਾ, ਬੁਝਾਰਤ ਨਾ ਬੁੱਝੀ ਜਾਣੀ। ਦਾਦੀ ਕੋਲ ਜਾਣਾ, ਦਾਦੇ ਕੋਲ ਜਾਣਾ, ਜਾ ਕੇ ਕੰਨ ਵਿੱਚ ਪੁੱਛਣਾ ਵੀ ਦੱਸ ਇਹਦਾ, ਇਹ ਬੁਝਾਰਤ ਦਾ ਮਤਲਬ ਕੀ ਹੈ। ਤੇ ਫਿਰ ਵੱਡਿਆਂ ਨੇ ਦੱਸ ਦੇਣਾ ਵੀ ਇਹਦਾ ਭਾਵ ਇਹ ਬਣਦਾ, ਤੇ ਫਿਰ ਜਾ ਕੇ ਆਪਣੇ ਸੰਗੀ ਸਾਥੀ ਨੂੰ ਦੱਸਣਾ, ਜਿਹਨੇ ਬੁਝਾਰਤ ਪਾਈ ਹੋਣੀ, ਉਹਨੂੰ ਜਾ ਕੇ ਉੱਤਰ ਦੇਣਾ। ਸਤਿਗੁਰੂ ਪਾਤਸ਼ਾਹ ਕਹਿੰਦੇ ਇਸੇ ਤਰ੍ਹਾਂ ਭਾਈ ਇਹ ਵੀ ਸੰਸਾਰ ਵੀ ਇੱਕ ਬੁਝਾਰਤ ਹੀ ਹੈ, ਤੇ ਇਹ ਬੁਝਾਰਤ ਜਿਹੜੀ ਹੈ ਨਾ, ਗੁਰੂ ਹੀ ਬੁਝਾ ਸਕਦਾ, ਗੁਰੂ ਹੀ ਇਹਦਾ ਆਨਸਰ ਦੇ ਸਕਦਾ, ਉੱਤਰ ਦੇ ਸਕਦਾ, ਗੁਰੂ ਸਮਝਾ ਸਕਦਾ, ਨਹੀਂ ਤੇ ਸਮਝ ਕੋਈ ਨਹੀਂ ਆਉਂਦੀ। ਸਤਿਗੁਰ ਮੋਕੋ ਦੀਆ ਬੁਝਾਏ, ਇਹ ਗੁਰੂ ਨੇ ਕਿਰਪਾ ਕਰਕੇ ਮੈਨੂੰ ਇਹ ਬੁਝਾਰਤ ਬੁਝਾ ਦਿੱਤੀ, ਸਮਝਾ ਦਿੱਤੀ ਹੈ। ਜਦੋਂ ਗੁਰੂ ਦੇ ਕੋਲ ਆਇਆ ਐਸੀ ਮਹਾਰਾਜ ਰਹਿਮਤ ਕਰਦੇ ਹਨ। ਰਹਾਓ ਦੁਹਾਗਣੀ ਖਰੀਆਂ ਬਿਲਾ ਦਿਆ, ਤਿੰਨਾ ਮਹਿਲ ਨਾ ਪਾਏ। ਉਹਨੂੰ ਕਿਹਾ ਜਾਂਦਾ ਜਿਹੜੀ ਛੁੱਟੜ ਹੈ, ਜਿਹੜੀ ਪਤੀ ਵੱਲੋਂ ਛੱਡੀ ਗਈ ਹੈ ਨਾ, ਉਹਨੂੰ ਕਿਹਾ ਜਾਂਦਾ ਦੁਹਾਗਣ, ਛੱਡੀ ਗਈ। ਇੱਥੇ ਸੰਸਾਰ ਦੇ ਵਿੱਚ ਦੁਹਾਗਣਾ ਛੱਡੀਆਂ ਹੋਈਆਂ ਕੌਣ ਨੇ? ਮਨਮੁਖ ਲੋਕ, ਜਿਹੜੇ ਨਾਮ ਨਹੀਂ ਜਪਦੇ, ਰੱਬ ਦੇ ਵੱਲੋਂ ਛੱਡੇ ਹੋਏ। ਰੱਬ ਨੇ ਪਰੇ ਕੀਤਾ ਆਪਣੇ ਕੋਲੋਂ ਵੀ ਪਰੇ ਚਲੇ ਜਾ। ਸਤਿਗੁਰੂ ਪਾਤਸ਼ਾਹ ਫਰਮਾਉਂਦੇ, ਕਹਿਣ ਲੱਗੇ ਦੁਹਾਗਣੀ ਜਿਹੜੀਆਂ ਛੁੱਟੜ ਹੋਈਆਂ ਮਨਮੁਖ ਇਸਤਰੀਆਂ, ਮਨਮੁਖ ਜੀਵ ਨੇ, ਖਰੀਆਂ ਬਿਲ ਲਾਉਂਦੀਆਂ। ਖਰੀਆਂ ਤੋਂ ਭਾਵ ਬਹੁਤਾ ਰੋਂਦੀਆਂ ਪਈਆਂ, ਵਰਲਾਪ ਕਰਦੀਆਂ ਪਈਆਂ, ਹਾਏ ਮਰ ਗਏ, ਹਾਏ ਮਰ ਗਏ, ਬੜਾ ਦੁਖੀ, ਬੜਾ ਦੁਖੀ। ਇਹ ਮਨਮੁਖਾਂ ਦੀ ਨਿਸ਼ਾਨੀ ਹੈ। ਮਨਮੁਖਾਂ ਨੂੰ ਇਹ ਦਾਤ ਮਿਲੀ ਹੈ ਕਿ ਹਰ ਵੇਲੇ ਉਹਨਾਂ ਨੇ ਰੋਂਦੇ ਹੀ ਰਹਿਣਾ ਹੈ। ਕੋਈ ਕੰਮ ਕੀਤਾ, ਹਾਏ ਮੈਂ ਨਹੀਂ ਕੀਤਾ, ਕਿ ਜੇ ਹੋ ਗਿਆ ਤੇ ਘਾਟਾ ਪੈ ਗਿਆ। ਮਨਮੁਖ ਬੰਦਾ ਕਦੇ ਖੁਸ਼ ਨਹੀਂ ਹੁੰਦਾ। ਰੱਬ ਦੀ ਦਿੱਤੀ ਦਾਤ ਨੂੰ ਕਦੇ ਨਹੀਂ ਕਹਿੰਦਾ ਵੀ ਬੜਾ ਚੰਗਾ ਹੋਇਆ। ਹਰ ਵੇਲੇ ਨੁਕਸ ਕੱਢੇਗਾ, ਹਰ ਵੇਲੇ ਉਹਦੇ ਵਿੱਚ ਕਿੰਤੂ ਸ਼ੰਕਾ ਕਰੇਗਾ। ਸਤਿਗੁਰੂ ਫਰਮਾਉਂਦੇ, ਕਹਿਣ ਲੱਗੇ ਦੁਹਾਗਣੀ ਜਿਹੜੀਆਂ ਛੁੱਟੜ ਹੋਈਆਂ ਮਨਮੁਖ ਜੀਵ ਇਸਤਰੀਆਂ ਨੇ, ਖਰੀਆਂ ਬਿਲ ਲਾਉਂਦੀਆਂ, ਬਹੁਤਾ ਵਰਲਾਪ ਕਰਦੀਆਂ ਪਈਆਂ, ਹਰ ਵੇਲੇ ਰੋਂਦੇ ਪਏ, ਮਨਮੁਖ ਆਹ ਨਹੀਂ ਮਿਲਿਆ, ਮੈਨੂੰ ਆਹ ਨਹੀਂ ਮਿਲਿਆ। ਤੇ ਪਾਤਸ਼ਾਹ ਫਰਮਾਉਂਦੇ, ਤਿੰਨਾ ਮਹਿਲ ਨਾ ਪਾਏ। ਮਹਿਲ ਨਾਮ ਗੁਰਮੁਖੋ ਸਰੂਪ ਦਾ ਹੈ, ਉਹਨਾਂ ਨੂੰ ਪਰਮੇਸ਼ਰ ਦਾ ਸਰੂਪ ਰੂਪੀ ਮਹਿਲ ਨਹੀਂ ਮਿਲਦਾ, ਉਹਨਾਂ ਨੂੰ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੁੰਦੀ। ਜਿਹੜੇ ਮਨਮੁਖ ਲੋਕ ਹਰ ਵੇਲੇ ਰੋਂਦੇ ਰਹਿੰਦੇ ਹਨ। ਦੂਜੇ ਭਾਏ ਕਰੂਪੀ, ਦੁੱਖ ਪਾਵੇ ਆਗੇ ਜਾਏ। ਦੂਜੇ ਦਵੈਤ ਵਿੱਚ ਲੱਗੀਆਂ ਨੇ, ਉਹ ਸਫਾਈ ਰੂਪੀ ਜਿਹੜਾ ਸੁੰਦਰ ਰੂਪ ਹੈ ਉਹਦੇ ਤੋਂ ਰਹਿਤ ਨੇ। ਦਵੈਤ ਵਿੱਚ ਲੱਗਣਾ, ਈਰਖਾ ਵਿੱਚ ਲੱਗਣਾ, ਪਾਤਸ਼ਾਹ ਕਹਿਣ ਲੱਗੇ ਇਹ ਹੈ ਉਹਨਾਂ ਦਾ ਕਰੂਪ ਸਰੂਪ। ਕਰੂਪ ਕਿਹਨੂੰ ਕਿਹਾ ਜਾਂਦਾ? ਇੱਕ ਹੁੰਦਾ ਸੁੰਦਰ, ਇੱਕ ਹੁੰਦਾ ਬਹੁਤ ਸੁੰਦਰ, ਇੱਕ ਹੁੰਦਾ ਕਰੂਪ। ਸੁੰਦਰ ਉਹਨੂੰ ਕਿਹਾ ਜਾਂਦਾ ਜਿਹੜਾ ਠੀਕ ਠਾਕ ਆਪਣੇ ਵਰਗਾ, ਉਹਨੂੰ ਆਪਾਂ ਕਹਿ ਸਕਦੇ ਸੁੰਦਰ ਹੈ। ਤੇ ਜਿਹਦੇ ਅੰਗ ਪ੍ਰਤੰਗ ਬੜੇ ਸੋਹਣੇ ਨੇ, ਨੈਣ ਨਕਸ਼ ਬੜੇ ਚੰਗੇ ਨੇ, ਰੰਗ ਬੜਾ ਚੰਗਾ, ਉਹਨੂੰ ਕਿਹਾ ਜਾਂਦਾ ਬਹੁਤ ਸੁੰਦਰ। ਤੇ ਜਿਹਦੇ ਅੰਗ ਸਹੀ ਨਹੀਂ ਹੈ, ਜਿਹਦਾ ਰੰਗ ਸਹੀ ਨਹੀਂ ਹੈ, ਜਿਹੜੇ ਨੈਣ ਨਕਸ਼ ਚੰਗੇ ਨਹੀਂ, ਉਹਨੂੰ ਕਿਹਾ ਜਾਂਦਾ ਕਰੂਪ, ਜਿਹਨੂੰ ਵੇਖਣ ਨੂੰ ਜੀ ਨਾ ਕਰੇ। ਸਰੀਰ ਦੀ ਬਣਤਰ ਹੀ ਇਹੋ ਜਿਹੀ ਹੈ, ਮਨ ਨਹੀਂ ਕਰਦਾ ਵੀ ਇਹਦੇ ਵੱਲ ਵੇਖਿਆ ਜਾਏ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਕਰੂਪ ਉਹ ਨੇ ਜਿਹੜੀਆਂ ਦਵੈਤ ਵਿੱਚ ਲੱਗੀਆਂ ਨੇ। ਦਵੈਤ ਰੂਪੀ ਉਹਨਾਂ ਦਾ ਕਰੂਪ ਰੂਪ ਹੈ। ਦਵੈਤ ਵਿੱਚ ਲੱਗਣ ਕਰਕੇ ਈਰਖਾ ਉਹਨਾਂ ਦੇ ਵਿੱਚ ਭਰੀ ਹੋਈ ਹੈ। ਈਰਖਾ ਵਾਲਾ ਬੰਦਾ ਹਰ ਵੇਲੇ ਮੱਥਾ ਸੜਿਆ ਰਹਿੰਦਾ, ਵੇਖਣ ਨੂੰ ਜੀ ਨਹੀਂ ਕਰਦਾ ਉਹਦੇ ਵੱਲ। ਉਹਨੇ ਹਰ ਵੇਲੇ ਨਿੰਦਿਆ ਕਰਨੀ ਹੈ, ਹਰ ਵੇਲੇ ਮਾੜਾ ਬਚਨ ਬੋਲਣਾ। ਸਤਿਗੁਰੂ ਫਰਮਾਉਂਦੇ ਦੂਜੇ ਭਾਏ ਕਰੂਪੀ ਦੁੱਖ ਪਾਵੇ। ਦਵੈਤ ਵਿੱਚ ਲੱਗੀ ਹੋਈ ਸੁੰਦਰ ਰੂਪ ਤੋਂ ਰਹਿਤ ਜੀਵ ਰੂਪ ਇਸਤਰੀ ਹਰ ਵੇਲੇ ਦੁੱਖ ਪਾਉਂਦੀ ਹੈ। ਤੇ ਪਾਤਸ਼ਾਹ ਕਹਿਣ ਲੱਗੇ ਸੋ ਅੱਗੇ ਜਾਏ। ਅੱਗੇ ਜਾ ਕੇ ਕੀ ਮਿਲੇਗਾ? ਅੱਗੇ ਕੁਝ ਪ੍ਰਾਪਤੀ ਨਹੀਂ ਹੈ। ਗੁਣਵੰਤੀ ਨਿਤ ਗੁਣ ਰਵੈ, ਹਿਰਦੇ ਨਾਮ ਵਸਾਏ। ਗੁਣ ਵਾਲੀਆਂ ਨੇ ਨਾ, ਜਿਨ੍ਹਾਂ ਦੇ ਕੋਲ ਸ਼ੁਭ ਗੁਣ ਨੇ, ਉਹ ਹਮੇਸ਼ਾ ਹੀ ਪਰਮੇਸ਼ਰ ਦੇ ਗੁਣਾਂ ਨੂੰ ਉਚਾਰਦੀਆਂ ਨੇ। ਕੁਝ ਐਸੇ ਸਰੀਰ ਨੇ ਦੁਨੀਆ 'ਤੇ ਜਿਨ੍ਹਾਂ ਨੂੰ ਰੱਬ ਨੇ ਬੜਾ ਕੁਝ ਦਿੱਤਾ, ਪਰ ਹਰ ਵੇਲੇ ਕਹਿੰਦੇ ਮੈਨੂੰ ਕੁਝ ਨਹੀਂ ਮਿਲਿਆ, ਰੱਬ ਨੇ ਮੈਨੂੰ ਕੁਝ ਨਹੀਂ ਦਿੱਤਾ। ਉਹ ਮਨਮੁਖ ਲੋਕ ਨੇ, ਰੱਬ ਦਾ ਦਿੱਤਾ ਲੈ ਕੇ ਖਾ ਕੇ ਵੀ ਉਹਨੂੰ ਮਿਹਣਾ ਦਿੰਦੇ, ਉਹਨੂੰ ਮਾੜਾ ਬੋਲਦੇ ਵੀ ਕੁਝ ਨਹੀਂ ਮਿਲਿਆ।
ਦੂਜੇ ਪਾਸੇ ਗੁਰਮੁਖ ਨੇ, ਪਾਤਸ਼ਾਹ ਕਹਿਣ ਲੱਗੇ ਗੁਰਮੁਖ ਜਿਹੜੇ ਨੇ ਨਾ ਹਰ ਵੇਲੇ ਉਹਦੇ ਗੁਣਾਂ ਨੂੰ ਹੀ ਗਾਉਂਦੇ ਨੇ, ਹਰ ਵੇਲੇ ਉਹਦੇ ਨਾਮ ਨੂੰ ਹੀ ਜਪਦੇ। ਜੇ ਚੰਗਾ ਸਮਾਂ ਆ ਗਿਆ ਤਾਂ ਵੀ ਨਾਮ ਜਪਿਆ, ਜੇ ਮਾੜਾ ਸਮਾਂ ਆ ਗਿਆ ਤਾਂ ਵੀ ਨਾਮ ਜਪਿਆ। ਇਹ ਗੁਰਮੁਖਾਂ ਦੀ ਨਿਸ਼ਾਨੀ ਹੈ। ਮੀਰ ਮੰਨੂ ਤੇ ਜ਼ਕਰੀਆ ਖਾਨ ਵਰਗਿਆਂ ਨੇ ਨਾ ਸਿੱਖ ਬੀਬੀਆਂ ਨੂੰ ਲਾਹੌਰ ਦੇ ਵਿੱਚ ਕੈਦ ਕੀਤਾ। ਪੰਜਾਬ ਦੇ ਥਾਵਾਂ ਥਾਵਾਂ ਤੋਂ ਬੀਬੀਆਂ ਨੂੰ ਗ੍ਰਿਫਤਾਰ ਕੀਤਾ ਗਿਆ, ਗੱਡਿਆਂ ਦੇ ਉੱਪਰ ਬਿਠਾ ਕੇ, ਕਿਉਂਕਿ ਉਸ ਵੇਲੇ ਦਾ ਸਾਧਨ ਗੱਡਾ ਹੀ ਸੀ, ਗੱਡੇ 'ਤੇ ਬਿਠਾ ਕੇ ਲਾਹੌਰ ਲੈ ਗਿਆ। ਲਾਹੌਰ ਲਿਜਾ ਕੇ ਉਹਨਾਂ ਨੂੰ ਕਾਲ ਕੋਠੜੀ ਵਿੱਚ ਬੰਦ ਕੀਤਾ ਗਿਆ। ਤੇ ਇਹ ਬੀਬੀਆਂ ਉਹ ਨੇ ਜਿਨ੍ਹਾਂ ਕੋਲ ਬੱਚੇ ਵੀ ਨੇ, ਕਿਸੇ ਦਾ 6 ਮਹੀਨੇ ਦਾ, ਕਿਸੇ ਦਾ 2 ਸਾਲ ਦਾ, ਛੋਟੇ ਛੋਟੇ ਬੱਚੇ। ਅੱਧੀ ਰੋਟੀ ਮਿਲਦੀ ਹੈ ਖਾਣ ਵਾਸਤੇ 24 ਘੰਟਿਆਂ ਦੇ ਵਿੱਚ। ਅੱਧੀ ਰੋਟੀ ਖਾਓ ਤੇ ਫਿਰ ਹੱਥ ਦੇ ਨਾਲ ਚੱਕੀ ਚਲਾਓ, ਦਾਣੇ ਪੀਓ। ਤੇ ਪੇਟ ਭੁੱਖਾ ਹੋਵੇ ਨਾ ਤੇ ਚੱਕੀ ਚਲਾਉਣੀ ਪਵੇ, ਫੇਰਨੀ ਪਵੇ, ਹੱਥ ਦਾ ਜ਼ੋਰ ਲਾਉਣਾ ਪਵੇ ਤੇ ਆਂਦਰਾਂ ਇਕੱਠੀਆਂ ਹੋ ਜਾਂਦੀਆਂ ਪੇਟ ਦੀਆਂ। ਅੱਧੀ ਰੋਟੀ ਦਿੰਦਾ ਖਾਣ ਵਾਸਤੇ, ਲੂਣ ਵਾਲਾ ਦਿੰਦਾ ਪਾਣੀ 1 ਗਲਾਸ ਪੀਣ ਵਾਸਤੇ, ਚੱਕੀ ਮਿਲਦੀ ਹੈ ਚਲਾਉਣ ਵਾਸਤੇ। ਹੁਣ ਉਹ ਬੀਬੀਆਂ ਕੀ ਕਰਨ? ਅੱਧੀ ਰੋਟੀ ਆਪ ਖਾਣ ਕੇ ਬੱਚੇ ਨੂੰ ਖਿਲਾਉਣ। ਜੇ ਅੱਧੀ ਰੋਟੀ ਆਪ ਵੀ ਖਾ ਲੈਣਗੀਆਂ ਤੇ ਕਿੱਥੋਂ ਦੁੱਧ ਉਤਰੇਗਾ, ਬੱਚਾ ਕਿੱਥੋਂ ਪੀਵੇਗਾ? ਐਸੇ ਤਸੀਹੇ ਦਿੱਤੇ ਗਏ, ਇਹੋ ਜਿਹਾ ਦੁੱਖ ਦਿੱਤਾ ਗਿਆ। ਆਪਾਂ ਪੜ੍ਹਦੇ ਆ ਨਾ, ਜਿਨ੍ਹਾਂ ਸਿੰਘ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ, ਉਹਨਾਂ ਬੀਬੀਆਂ ਨੇ ਧਰਮ ਦੇ ਵਾਸਤੇ ਕੁਰਬਾਨੀ ਕੀਤੀ। ਬੱਚਿਆਂ ਨੂੰ ਤਾਂ ਸੁੱਟ ਕੇ ਹਵਾ ਦੇ ਵਿੱਚ ਤੇ ਥੱਲੇ ਵਰਸ਼ਾ ਕਰ ਦੇਣਾ, ਨੇਜਾ ਕਰ ਦੇਣਾ। ਪਰ ਇੰਨਾ ਜ਼ੁਲਮ ਹੁੰਦਾ ਨਾ, ਜਦੋਂ ਇਹੋ ਜਿਹਾ ਪਾਪ ਹੁੰਦਾ, ਅੱਧੀ ਰੋਟੀ ਮਿਲਣੀ ਖਾਣ ਵਾਸਤੇ, ਗੰਦਾ ਪਾਣੀ ਮਿਲਣਾ ਤੇ ਚੱਕੀ ਚਲਾਉਣੀ ਪੈਂਦੀ, ਇਹੋ ਜਿਹਾ ਤਸ਼ੱਦਦ ਸਹਿ ਕੇ। ਤੇ ਜਦੋਂ ਸ਼ਾਮ ਦਾ ਸਮਾਂ ਹੋਣਾ, ਰਹਿਰਾਸ ਦਾ ਪਾਠ ਕਰਨਾ, ਉਹਨਾਂ ਬੀਬੀਆਂ ਨੇ ਪਾਠ ਕਰਕੇ ਫਿਰ ਅਰਦਾਸ ਕਰਨੀ ਕਿ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਓ, 4 ਪਹਿਰ ਦਿਹਾੜਾ ਤੁਸੀਂ ਬਖਸ਼ਿਆ ਸੀ, ਬੜਾ ਸੁੱਖਾਂ ਦੇ ਨਾਲ ਸਾਨੂੰ ਮਿਲਿਆ। ਹੁਣ ਰਾਤ ਆਈ ਹੈ ਵੀ ਸੁੱਖਾਂ ਦੇ ਨਾਲ ਹੀ ਬਤੀਤ ਹੋਵੇ। ਇੰਨਾ ਦੁੱਖ ਸਹਿ ਕੇ ਆਖਿਆ ਵੀ ਸੁੱਖ ਹੀ ਹੈ ਸਾਡੇ ਵਾਸਤੇ। ਕੀਤਿਆ ਦੁਖ ਭੂਖ ਸਦ ਮਾਰ, ਇਹ ਭੇਦਾਤ ਤੇਰੀ ਦਾਤਾਰ। ਸਾਨੂੰ ਚੰਗਾ ਘਰ ਮਿਲ ਜਾਵੇ ਨਾ, ਸੋਹਣਾ, ਅਸੀਂ ਬਾਹਰ ਇਹ ਪੰਕਤੀ ਲਿਖ ਦਿੰਦੇ ਆ, ਵੀ ਦਾਤ ਤੇਰੀ ਦਾਤਾਰ। ਗੱਡੀ ਮਿਲ ਜਾਵੇ ਤੇ ਗੱਡੀ ਦੇ ਉੱਪਰ ਲਿਖ ਦਿੱਤਾ ਜਾਂਦਾ ਇਹ ਭੇਦਾਤ ਤੇਰੀ ਦਾਤਾਰ। ਪਰ ਮਹਾਰਾਜ ਨੇ ਕੀ ਲਿਖਿਆ? ਕਹਿਣ ਲੱਗੇ ਕੀਤਿਆ ਦੁਖ ਭੂਖ ਸਦ ਮਾਰ। ਪਤਾ ਨਹੀਂ ਕਿੰਨੇ ਕੁ ਨੇ ਜਿਨ੍ਹਾਂ ਨੂੰ ਦੁੱਖ ਦੀ ਮਾਰ ਪੈਂਦੀ ਪਈ ਹੈ, ਕਿੰਨੇ ਕੁ ਨੇ ਜਿਨ੍ਹਾਂ ਨੂੰ ਭੁੱਖ ਦੀ ਮਾਰ ਪੈਂਦੀ ਪਈ ਹੈ। ਦੁੱਖ ਤੇ ਭੁੱਖ ਦੀ ਜਿਨ੍ਹਾਂ ਨੂੰ ਮਾਰ ਪੈਂਦੀ ਹੈ, ਪਰਮਾਤਮਾ ਇਹ ਭੇਦਾਤ, ਇਹ ਵੀ ਤੇਰੀ ਦਾਤ ਹੀ ਹੈ ਦਿੱਤੀ ਹੋਈ। ਦੁੱਖ ਵੀ ਜੇ ਮਿਲਿਆ ਤਾਂ ਉਹ ਵੀ ਤੇਰੀ ਦਾਤ ਹੈ, ਜੇ ਭੁੱਖ ਮਿਲੀ ਹੈ, ਨਹੀਂ ਮਿਲਿਆ ਖਾਣ ਵਾਸਤੇ, ਇਹ ਵੀ ਤੇਰੀ ਦਾਤ ਹੈ। ਇਹ ਭੇਦਾਤ ਤੇਰੀ ਦਾਤਾਰ। ਦੁੱਖ ਤੇ ਭੁੱਖ ਵੀ ਤੇਰੀ ਇੱਕ ਦਾਤ ਨੇ। ਪਰ ਅਸੀਂ ਇਸ ਪੰਕਤੀ ਨੂੰ ਸੁੱਖ ਵਾਸਤੇ ਲਿਖਦੇ ਹਾਂ। ਚੰਗਾ ਘਰ ਮਿਲਿਆ ਤੇ ਆਖਿਆ ਤੇਰੀ ਦਾਤ ਹੈ, ਚੰਗੀ ਗੱਡੀ ਜਾਂ ਕੋਈ ਹੋਰ ਚੰਗੀ ਵਸਤੂ ਮਿਲ ਗਈ ਹੈ, ਤੇਰੀ ਦਾਤ ਹੈ। ਕਦੇ ਦੁੱਖ ਨੂੰ ਵੀ ਕਿਸੇ ਨੇ ਆਖਿਆ ਵੀ ਰੱਬਾ ਇਹ ਵੀ ਤੇਰੀ ਦਾਤ ਹੈ, ਮੈਂ ਲੈਂਦਾ ਪਿਆ। ਇਹ ਅਸੀਂ ਨਹੀਂ ਕਹਿ ਸਕਦੇ। ਇਹ ਕਹਿੰਦੇ ਨੇ ਗੁਰਮੁਖ, ਜਿਨ੍ਹਾਂ ਨੇ ਸਵਾ ਮਣ ਦੇ ਪੀਸਣ ਪੀਸੇ, ਜੇਲ੍ਹਾਂ ਦੇ ਵਿੱਚ ਅੱਧੀ ਅੱਧੀ ਰੋਟੀ ਖਾ ਕੇ ਗੁਜ਼ਾਰਾ ਕੀਤਾ, ਆਪਣੇ ਬੱਚਿਆਂ ਦੇ ਟੋਟੇ ਕਰਵਾ ਕੇ ਤੇ ਉਹਨਾਂ ਨੂੰ ਰੱਸੀ ਦੇ ਨਾਲ ਬੰਨ੍ਹ ਕੇ ਟੋਟਿਆਂ ਨੂੰ ਗਲ ਵਿੱਚ ਪਵਾ ਲਿਆ। ਤੇ ਪਾਤਸ਼ਾਹ ਕਹਿਣ ਲੱਗੇ, ਉਹ ਜਦੋਂ ਅਰਦਾਸ ਕਰਦੀਆਂ ਸਨ ਨਾ ਬੀਬੀਆਂ, ਤੇ ਕਹਿੰਦੀਆਂ ਸਨ ਤੇਰੇ ਭਾਣੇ ਦੇ ਵਿੱਚ, ਇੰਨਾ ਦੁੱਖ ਸਹਿ ਕੇ ਆਖਿਆ ਤੇਰੇ ਭਾਣੇ ਵਿੱਚ ਹੀ ਆਇਆ, ਤੇਰੇ ਭਾਣੇ ਵਿੱਚ ਦਿਨ ਬਤੀਤ ਹੋਇਆ, ਰਾਤ ਵੀ ਤੇਰੇ ਭਾਣੇ ਵਿੱਚ ਬਤੀਤ ਹੋਵੇ। ਇਹ ਹੈ ਉਹਨਾਂ ਦਾ ਜੀਵਨ। ਮਹਾਰਾਜ ਕਹਿਣ ਲੱਗੇ, ਭਾਈ ਗੁਣਵੰਤੀ ਨਿਤ ਗੁਣ ਰਵੈ। ਜਿਹੜੇ ਗੁਣਵੰਤੀ ਜੀਵ ਨੇ ਨਾ, ਗੁਣਾਂ ਵਾਲੇ, ਉਹ ਦਿਨੇ ਰਾਤ ਉਹਦੇ ਗੁਣਾਂ ਨੂੰ ਗਾਉਂਦੇ ਹੀ ਰਹਿੰਦੇ ਨੇ। ਭਾਵੇਂ ਬੱਚੇ ਦਾ ਟੋਟਾ ਕਰਕੇ ਗਲ ਵਿੱਚ ਪਾ ਲਿਆ ਤਾਂ ਵੀ ਆਖਿਆ ਤੇਰਾ ਸ਼ੁਕਰ ਹੈ। ਇਹ ਹੈ ਗੁਣ ਗਾਉਣਾ। ਅੱਧੀ ਰੋਟੀ ਮਿਲ ਗਈ 24 ਘੰਟਿਆਂ ਵਿੱਚ ਖਾ ਕੇ ਆਖਿਆ ਤੇਰਾ ਸ਼ੁਕਰ ਹੈ। ਇਹ ਹੈ ਗੁਣ ਗਾਉਣਾ। ਪਾਤਸ਼ਾਹ ਕਹਿਣ ਲੱਗੇ, ਇਹ ਹੈ ਗੁਰਮੁਖਾਂ ਦੀ ਨਿਸ਼ਾਨੀ, ਜਿਨ੍ਹਾਂ ਨੇ ਜੀਵਨ ਨੂੰ ਘਾਲਿਆ, ਜਿਨ੍ਹਾਂ ਨੇ ਜੀਵਨ ਨੂੰ ਕਮਾਇਆ। ਗੁਣਵੰਤੀ ਨਿਤ ਗੁਣ ਰਵੈ। ਗੁਣ ਵਾਲੀਆਂ ਜੀਵ ਰੂਪ ਇਸਤਰੀਆਂ ਹਮੇਸ਼ਾ ਉਹਦੇ ਗੁਣਾਂ ਨੂੰ ਗਾਉਂਦੀਆਂ ਨੇ। ਤੇ ਪਾਤਸ਼ਾਹ ਕਹਿਣ ਲੱਗੇ, ਹਿਰਦੈ ਨਾਮ ਵਸਾਏ। ਹਿਰਦੇ ਵਿੱਚ ਨਾਮ ਨੂੰ ਵਸਾ ਲੈਂਦੀਆਂ ਤਾਂ ਨਾਮ ਵਸਦਾ ਆ ਕੇ ਹਿਰਦੇ ਵਿੱਚ।
ਹਰ ਵੇਲੇ ਉਹਦੇ ਗੁਣ ਗਾਉਣ ਦੇ ਨਾਲ ਜੇ ਦੁੱਖ ਆ ਗਿਆ ਤੇ ਤਾਂ ਵੀ ਤੇਰਾ ਸ਼ੁਕਰ ਹੈ, ਭੁੱਖ ਆ ਗਈ ਹੈ ਤਾਂ ਵੀ ਤੇਰਾ ਸ਼ੁਕਰ ਹੈ, ਤਾਂ ਜਾ ਕੇ ਨਾਮ ਹਿਰਦੇ ਵਸਦਾ। ਅਸੀਂ ਤੇ ਗੱਲਾਂ ਹੀ ਕਰਦੇ, ਮੇਰਾ ਮਨ ਨਹੀਂ ਟਿਕਦਾ, ਮੇਰਾ ਮਨ ਨਹੀਂ ਟਿਕਦਾ। ਮਨ ਤੇਰਾ ਟਿਕਣਾ ਹੀ ਕਦੋਂ ਹੈ? ਤੂੰ ਤੇ ਸਮਝਦਾ ਵੀ ਮੈਨੂੰ ਸੁੱਖ ਮਿਲੇ ਤੇ ਦੁੱਖ ਮੇਰੇ ਨੇੜੇ ਨਾ ਆਵੇ। ਤੇ 24 ਘੰਟਿਆਂ 'ਚ ਇੱਕ ਪਾਠ ਕੀਤਾ ਤੇ ਆਖਿਆ ਮਨ ਨਹੀਂ ਟਿਕਿਆ, ਇਸ ਤਰ੍ਹਾਂ ਨਹੀਂ ਉਹ ਮਨ ਟਿਕਿਆ ਕਰਦੇ। ਉਹਦੇ ਵਾਸਤੇ ਮਸ਼ੱਕਤ ਕਰਨੀ ਪੈਂਦੀ ਹੈ, ਮਿਹਨਤ ਕਰਨੀ ਪੈਂਦੀ ਹੈ। ਬੱਚਾ 1 ਸਾਲ ਪੜ੍ਹਾਈ ਕਰਦਾ, 1 ਸਾਲ ਪੜ੍ਹਿਆ, ਮਿਹਨਤ 1 ਸਾਲ ਦੀ ਹੈ, ਤੇ ਪੇਪਰ ਦੇਣ ਦਾ ਟਾਈਮ ਆਇਆ ਤੇ 3 ਘੰਟੇ ਮਿਲੇ। 1 ਸਾਲ ਦੀ ਪੜ੍ਹਾਈ ਨੂੰ ਜਦੋਂ ਪੇਪਰ ਦੇ ਉੱਪਰ ਉਤਾਰਨਾ, ਕਾਗਜ਼ 'ਤੇ ਉਤਾਰਨਾ, 3 ਘੰਟੇ ਦਾ ਸਮਾਂ। ਤੇ ਜਦੋਂ ਪੇਪਰ ਹੋ ਗਿਆ ਇਮਤਿਹਾਨ ਦਾ, ਹੁਣ ਪਾਸ ਹੈ ਕਿ ਫੇਲ ਹੈ, ਉਹ 1 ਮਿੰਟ ਦਾ ਹੀ ਸਮਾਂ। ਦੱਸਣ ਵਾਲੇ ਨੇ 1 ਮਿੰਟ 'ਚ ਹੀ ਦੱਸ ਦੇਣਾ ਵੀ ਇਹ ਪਾਸ ਹੈ, ਫੇਲ ਹੈ। ਮਿਹਨਤ ਕਰਦਿਆਂ ਬੱਚੇ ਨੇ ਸਾਲ ਲਾਇਆ, ਮਿਹਨਤ ਨੂੰ ਕਾਗਜ਼ 'ਤੇ ਉਤਾਰਦਿਆਂ 3 ਘੰਟੇ ਲਾਏ, ਦੱਸਣ ਵਾਲੇ ਨੇ ਮਿੰਟ ਲਾਇਆ। ਇਹ ਜਿਹੜਾ ਮਨ ਟਿਕਾਉਣਾ ਨਾ, ਇਹਦੇ ਵਾਸਤੇ ਮਿਹਨਤ ਕਰਨੀ ਪਵੇਗੀ, ਉਸ ਬੱਚੇ ਦੇ ਵਾਂਗ ਜਿਹੜਾ 1 ਸਾਲ ਗਿਆ ਮਿਹਨਤ ਕਰਦਾ। ਤੇ ਉਹ ਮਿਹਨਤ ਕੀ ਹੈ? ਉਹਦੇ ਦੁੱਖ ਦੇ ਵਿੱਚ ਵੀ ਖੁਸ਼ ਰਹਿਣਾ, ਉਹਦੇ ਦੁੱਖ ਨੂੰ ਵੀ ਭਾਣਾ ਕਰਕੇ ਜਾਣਨਾ। ਤੇਰਾ ਕੀਆ ਮਿੱਠਾ ਲੱਗੈ ਹਰ ਨਾਮ ਪਦਾਰਥ, ਇਹ ਬਚਨ ਨੇ ਗੁਰਸਿੱਖੀ ਨੂੰ ਕਮਾਉਣ ਦੇ। ਤੇ ਫਿਰ ਜਦੋਂ ਇੰਨੀ ਘਾਲਣਾ ਕਮਾਏਗਾ ਨਾ, ਬਚਨ ਆਪਾਂ ਪੜ੍ਹਿਆ, ਦੁੱਖ ਦੇ ਵਿੱਚ ਵੀ ਉਹਦਾ ਸ਼ੁਕਰਾਨਾ ਕਰੇਗਾ, ਨਾਮ ਜਪੇਗਾ। ਤੇ ਫਿਰ ਜਿਵੇਂ ਟੀਚਰ ਨੇ 1 ਮਿੰਟ ਦੇ ਵਿੱਚ ਇਮਤਿਹਾਨ ਦੱਸ ਦਿੱਤਾ ਵੀ ਪਾਸ ਹੈ ਕਿ ਫੇਲ ਹੈ, ਗੁਰੂ 1 ਮਿੰਟ ਵੀ ਨਹੀਂ ਲਾਏਗਾ, 1 ਸੈਕਿੰਡ ਵੀ ਨਹੀਂ ਲੱਗੇਗਾ, ਤੇਰੇ ਹਿਰਦੇ ਵਿੱਚ ਉਸੇ ਵੇਲੇ ਨਾਮ ਵਸ ਜਾਏਗਾ। ਪਰ ਉਹਦੇ ਵਾਸਤੇ ਮਿਹਨਤ ਕਰਨੀ ਜ਼ਰੂਰੀ ਹੈ, ਦੱਸੇ ਹੋਏ ਰਾਹ 'ਤੇ ਚੱਲਣਾ ਜ਼ਰੂਰੀ ਹੈ। ਸਤਿਗੁਰੂ ਕਹਿ ਰਹੇ ਨੇ, ਕਹਿਣ ਲੱਗੇ ਭਾਈ ਹਿਰਦੇ ਵਿੱਚ ਨਾਮ ਉਹਨਾਂ ਦੇ ਵਸਿਆ ਹੈ ਜਿਹੜੇ ਨਿਤਾ ਪ੍ਰਤੀ ਉਹਦੇ ਗੁਣਾਂ ਨੂੰ ਗਾਉਂਦੇ ਹਨ। ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ, ਇਹ ਚਾਅ ਹੀ ਚੜਿਆ ਰਵੇ ਵੀ ਮੈਂ ਤੇਰੀ ਬਾਣੀ ਪੜ੍ਹਨੀ ਹੈ। ਚਾਅ ਹੋਵੇ ਮਨ ਦੇ ਵਿੱਚ, ਖੁਸ਼ੀ ਹੋਵੇ, ਤਾਂ ਉਹਦੀ ਪ੍ਰਾਪਤੀ ਹੈ। ਔਗਣ ਵੰਤੀ ਕਾਮਣੀ ਦੁੱਖ ਲਾਗੈ ਬਿਲਾਏ। ਜਿਹੜੀਆਂ ਔਗਣਾਂ ਵਾਲੀਆਂ, ਔਗਣ ਹੀ ਚੰਗਾ ਕੰਮ ਕਰਨਾ ਕੋਈ ਨਹੀਂ, ਜਦੋਂ ਕਰਨਾ ਉਲਟਾ ਕੰਮ ਕਰਨਾ। ਜਿਹੜੇ ਔਗਣਾਂ ਵਾਲੇ ਨੇ, ਪਾਤਸ਼ਾਹ ਕਹਿਣ ਲੱਗੇ ਉਹਨਾਂ ਨੂੰ ਦੁੱਖ ਲੱਗਦਾ ਤੇ ਉਹ ਰੋਂਦੇ ਹੀ ਰਹਿੰਦੇ, ਦੁਨੀਆ 'ਤੇ ਵੇਖੇ ਜਾਂਦੇ। ਜਿਹਨੇ ਮਾਂ-ਬਾਪ ਦੇ ਕੋਲੋਂ ਗੁਣ ਨਹੀਂ ਨਾ ਲਿਆ, ਔਗਣ ਬਸ਼ਟੰਡਿਆਂ ਦੇ ਕੋਲੋਂ, ਮਾੜਿਆਂ ਮੁੰਡਿਆਂ ਕੋਲੋਂ, ਮਾੜੀਆਂ ਕੁੜੀਆਂ ਕੋਲੋਂ ਮਾੜੇ ਗੁਣ ਲੈ, ਇੱਥੇ ਵੀ ਉਹ ਰੋਂਦੇ ਰਹਿੰਦੇ। ਕਦੇ ਪੁਲਿਸ ਤੋਂ ਮਾਰ ਖਾ ਲਈ, ਕਦੇ ਬਦਨਾਮੀ ਕਰਾ ਲਈ, ਇੱਥੇ ਵੀ ਰੋਂਦੇ ਆ, ਹਾਏ ਹਾਏ ਕਰਦੇ ਆ। ਅੱਗੇ ਵੀ ਜਦੋਂ ਜਾਣਗੇ ਉੱਥੇ ਵੀ ਰੋਂਦੇ ਰਹਿਣਗੇ। ਔਗਣ ਵਾਲੇ ਦਾ ਇੱਥੇ ਕੋਈ ਸਤਿਕਾਰ ਨਹੀਂ ਹੈ, ਤੇ ਔਗਣ ਵਾਲੇ ਦਾ ਪਰਲੋਕ ਦੇ ਵਿੱਚ ਵੀ ਕੋਈ ਸਤਿਕਾਰ ਨਹੀਂ ਹੈ। ਉੱਥੇ ਵੀ ਮਾਰ ਪੈਂਦੀ, ਇੱਥੇ ਵੀ ਮਾਰ ਪੈਂਦੀ, ਉੱਥੇ ਵੀ ਲਾਹਣਤਾਂ ਪੈਂਦੀਆਂ, ਇੱਥੇ ਵੀ ਲਾਹਣਤਾਂ ਪੈਂਦੀਆਂ। ਔਗਣਵੰਤੀ ਕਾਮਣੀ, ਜਿਹੜੀ ਜੀਵ ਇਸਤਰੀ ਔਗਣਾਂ ਦੀ ਭਰੀ ਹੋਈ ਹੈ, ਦੁੱਖ ਲੱਗਾ ਇੱਥੇ ਵੀ ਦੁਖੀ ਹੈ। ਤੇ ਪਾਤਸ਼ਾਹ ਕਹਿਣ ਲੱਗੇ ਇੱਥੇ ਵੀ ਰੋਂਦੀ ਹੈ। ਅੱਗੇ ਜਦੋਂ ਜਮਾਂ ਦੀ ਮਾਰ ਪਵੇਗੀ ਨਾ ਜਾ ਕੇ, ਤੇ ਮਹਾਰਾਜ ਕਹਿਣ ਲੱਗੇ ਪਾਪ ਕਰੇਦੜ ਸਰ ਪਰ ਮੁੱਠੇ, ਅਜਰਾ ਈਲ ਫੜੇ ਫੜ ਕੁੱਠੇ, ਦੋਜਕ ਪਾਏ ਸਿਰਜਨਹਾਰੇ, ਲੇਖਾ ਮੰਗੈ ਬਾਣੀਆਂ। ਇਹ ਗੁਰਬਾਣੀ ਦਾ ਬਚਨ ਹੈ। ਬਾਣੀਆਂ ਕੌਣ ਹੈ? ਧਰਮ ਰਾਜਾ। ਉਹਨੇ ਲੇਖਾ ਮੰਗਣਾ, ਹਿਸਾਬ ਦੇ, ਤੂੰ ਕੀ ਕਰਦਾ ਰਿਹਾ। ਅਨਕਾਏ ਰਾਤੜਿਆ ਵਾਟ ਦੁਹੇਲੀ ਰਾਮ, ਪਾਪ ਕਮਾਵਦਿਆ ਤੇਰਾ ਕੋਏ ਨਾ ਬੇਲੀ ਰਾਮ। ਇਹ ਗੁਰਬਾਣੀ ਦੇ ਬਚਨ। ਧਰਮ ਰਾਏ ਜਬ ਲੇਖਾ ਮੰਗੈ ਤਬ ਕਿਆ ਮੁਖ ਲੈ ਕੇ ਜਾਏਗਾ। ਇਹ ਬਚਨ ਨੇ ਗੁਰਬਾਣੀ ਦੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜਦੋਂ ਜਮਾਂ ਦੀ ਮਾਰ ਪੈਂਦੀ ਹੈ ਤੇ ਔਗਣਾਂ ਵਾਲੀਆਂ ਜਿਹੜੀਆਂ ਜੀਵ ਇਸਤਰੀਆਂ ਨੇ ਇੱਥੇ ਵੀ ਰੋਂਦੀਆਂ ਨੇ, ਆਪਣੇ ਔਗਣਾਂ ਕਰਕੇ ਮਾਰ ਖਾਂਦੀਆਂ। ਜਦੋਂ ਸਰੀਰ ਛੱਡ ਕੇ ਪਰਲੋਕ ਨੂੰ ਜਾਂਦੀਆਂ, ਫਿਰ ਜਮਾਂ ਦੀ ਮਾਰ ਪੈਂਦੀ, ਉੱਥੇ ਵੀ ਰੋਣਾ ਹੀ ਉਹਨਾਂ ਦੇ ਪੱਲੇ ਲਿਖਿਆ, ਕਿਉਂਕਿ ਔਗਣ ਹੀ ਇਹੋ ਜਿਹੇ ਕੀਤੇ, ਕਰਮ ਹੀ ਇਹੋ ਜਿਹੇ ਕੀਤੇ ਕਿ ਦੁੱਖ ਮਿਲਦਾ ਹੈ। ਸਭਨਾ ਕਾ ਪਧਾਰ ਏਕ ਹੈ ਸੁਆਮੀ, ਕਹਿਣਾ ਕਿਛੂ ਨ ਜਾਏ। ਦਾ ਪਤੀ ਇੱਕੋ ਹੀ ਹੈ। ਪਰਮਾਤਮਾ ਜੋ ਹੈ ਨਾ, ਮਨਮੁਖਾਂ ਦਾ ਵੀ ਪਤੀ ਉਹ ਹੈ, ਗੁਰਮੁਖਾਂ ਦਾ ਵੀ ਪਤੀ ਉਹ ਹੈ। ਇਸ ਕਰਕੇ ਕਿਹਾ ਕੁਝ ਨਹੀਂ ਜਾ ਸਕਦਾ। ਪਰਮਾਤਮਾ ਦੀ ਕੀਤੀ ਦੇ ਅੱਗੇ ਕੁਝ ਕਿੰਤੂ ਨਹੀਂ ਕੀਤਾ ਜਾ ਸਕਦਾ।
ਜੋ ਉਹਨੂੰ ਚੰਗਾ ਲੱਗਦਾ ਉਹ ਕਰਦਾ ਹੈ। ਨਾਨਕ ਆਪੇ ਵੇ ਕੀਤੀਆਂ ਨਾਮੇ ਲਈਨ ਲਾਏ। ਪਰਮਾਤਮਾ ਨੇ ਐਸੀ ਬਖਸ਼ਿਸ਼ ਕੀਤੀ ਹੈ, ਕੁਝ ਗੁਰਮੁਖ ਜਿਹੜੇ ਨੇ ਉਹਨਾਂ ਨੂੰ ਨਾਮ ਦੇ ਵਿੱਚ ਉਹਨੇ ਟਿਕਾਇਆ ਹੋਇਆ, ਨਾਮ ਜਪਦੇ ਪਏ, ਨਾਮ ਦੇ ਵਿੱਚ ਲੱਗੇ ਹੋਏ ਨੇ। ਇਸ ਤਰ੍ਹਾਂ ਪਰਮਾਤਮਾ ਬਖਸ਼ਿਸ਼ ਕਰਦਾ ਹੈ। ਵਡਹੰਸ ਮਹੱਲਾ ਤੀਜਾ। ਅੰਮ੍ਰਿਤ ਨਾਮ ਸਦ ਮੀਠਾ ਲਾਗਾ, ਗੁਰ ਸ਼ਬਦੀ ਸਾਧ ਆਇਆ। ਗੁਰਾਂ ਦੀ ਗੁਰਬਾਣੀ ਦਾ ਜਿਹੜਾ ਰਸ ਹੈ ਨਾ ਮਿੱਠਾ ਹੈ। ਸਾਚੀ ਬਾਣੀ ਮਿੱਠੀ ਅੰਮ੍ਰਿਤ ਧਾਰ। ਜਦੋਂ ਅਸੀਂ ਬਾਣੀ ਪੜ੍ਹਦੇ ਹਾਂ ਨਾ, ਨਾਮ ਜਪਦੇ ਹਾਂ, ਸਾਨੂੰ ਇੱਕ ਵੱਖਰੇ ਤਰ੍ਹਾਂ ਦਾ ਸਵਾਦ ਰਸ ਆਉਣਾ ਸ਼ੁਰੂ ਹੋ ਜਾਂਦਾ। ਦੁਨੀਆ ਦਾ ਕੋਈ ਪਦਾਰਥ ਮਿੱਠੇ ਤੋਂ ਮਿੱਠਾ ਖਾ ਕੇ ਦੇਖ ਲਓ, ਸਲੂਣਾ ਖਾ ਕੇ ਵੇਖ ਲਓ, ਲੂਣਾ ਖਾ ਕੇ ਵੇਖ ਲਓ, ਸਵਾਦਿਸ਼ਟ ਖਾ ਕੇ ਵੇਖ ਲਓ, ਪਰ ਜਿਹੜਾ ਰਸ ਨਾਮ ਦਾ ਅੰਦਰ ਉਤਰਦਾ ਉਹ ਰਸ ਕਿਸੇ ਪਦਾਰਥ 'ਚੋਂ ਨਹੀਂ ਆਉਂਦਾ। ਸਭੇ ਵਸਤੂ ਮਿੱਠੀਆਂ ਰੱਬ ਨਾ ਪੂਜਣ ਤੁਧ। ਬਾਬਾ ਫਰੀਦ ਸਾਹਿਬ ਜੀ ਨੂੰ ਇਹ ਰਸ ਆ ਗਿਆ। ਇਹ ਰਸ ਬਾਬਾ ਫਰੀਦ ਸਾਹਿਬ ਨੂੰ ਆਇਆ ਕਿ ਸਾਨੂੰ ਨਹੀਂ ਆਵੇਗਾ? ਸਾਨੂੰ ਵੀ ਆਵੇਗਾ ਜੇ ਅਸੀਂ ਥੋੜ੍ਹੀ ਕਮਾਈ ਕਰਾਂਗੇ ਨਾ ਜੀਵਨ ਦੇ ਵਿੱਚ, ਥੋੜ੍ਹਾ ਅਭਿਆਸ ਕਰਾਂਗੇ ਕਿ ਮੈਂ ਰੋਜ਼ 1.25 ਘੰਟਾ ਚੌਂਕੜਾ ਮਾਰ ਕੇ ਨਾਮ ਜਪਣਾ ਹੈ, ਰੋਜ਼ 1.25 ਘੰਟਾ ਬੈਠ ਕੇ ਮੈਂ ਵਾਹਿਗੁਰੂ ਮੰਤਰ ਦਾ ਜਾਪ ਕਰਨਾ, ਦੁਨੀਆ ਵੱਲੋਂ ਖਿਆਲ ਛੱਡ ਕੇ। ਤੇ ਸੱਚ ਜਾਣਿਓ ਕੁਝ ਸਮਾਂ ਇਹੋ ਜਿਹਾ ਬਣੇਗਾ ਫਿਰ ਆ ਕੇ ਵੀ ਤੁਹਾਨੂੰ ਉਹਦਾ ਸਵਾਦ ਆਉਣ ਲੱਗ ਪਏਗਾ। ਜੇ ਜੀਵਨ ਵਿੱਚ ਇਹ ਗੱਲ ਬਣ ਗਈ ਨਾ ਵੀ ਮੈਂ 5 ਪਾਠ ਜਪਜੀ ਸਾਹਿਬ ਦੇ ਕਰਨੇ ਨੇ, ਨੀਮ ਦੇ ਨਾਲ ਕਰ, ਰੋਜ਼ ਕਰ, ਇੱਕ ਸਮਾਂ ਇਹੋ ਜਿਹਾ ਬਣੇਗਾ ਤੇਰੇ ਤੇ ਆ ਕੇ ਤੈਨੂੰ ਰਸ ਆਉਣ ਲੱਗ ਪਏਗਾ। ਤੈਨੂੰ ਦੁਨੀਆ ਦੇ ਪਦਾਰਥ ਫਿੱਕੇ ਬਕ-ਬਕੇ ਲੱਗਣਗੇ। ਉਸ ਵੇਲੇ ਉਹ ਨਾਮ ਦਾ ਰਸ ਤੇਰੇ ਅੰਦਰ ਉਤਰਨ ਲੱਗ ਪਵੇਗਾ, ਪਰ ਉਹਦੇ ਵਾਸਤੇ ਥੋੜ੍ਹੀ ਮਿਹਨਤ ਪਹਿਲਾਂ ਕਰਨੀ ਜ਼ਰੂਰੀ ਹੈ। ਤੂੰ ਕਹਿੰਦਾ ਕਰਾਂ ਕੁਝ ਨਾ ਮਿਲੇ, ਸਭ ਕੁਝ ਹੁੰਦਾ ਨਹੀਂ। ਅੰਮ੍ਰਿਤ ਨਾਮ ਸਦ ਮੀਠਾ ਲੱਗਾ। ਜਿਨ੍ਹਾਂ ਨੇ ਨਾਮ ਦੀ ਕਮਾਈ ਕੀਤੀ ਹੈ ਉਹਨਾਂ ਨੂੰ ਨਾਮ ਦਾ ਰਸ ਬੜਾ ਮਿੱਠਾ ਲੱਗਾ। ਇਹੋ ਜਿਹਾ ਮਿੱਠਾ ਲੱਗਾ ਉਹ ਕਹਿੰਦੇ ਦਿਨੇ ਵੀ ਜਪੀਏ, ਰਾਤ ਵੀ ਜਪੀਏ, ਹਰ ਵੇਲੇ ਜਪੀ ਜਾਈਏ। ਹਰ ਵੇਲੇ ਜਪਦੇ ਤਾਂ ਕਿ ਸਵਾਦ ਆ ਗਿਆ, ਰਸ ਆ ਗਿਆ ਹੈ। ਇਹ ਪਾਤਸ਼ਾਹ ਕਹਿਣ ਲੱਗੇ ਗੁਰ ਸ਼ਬਦੀ ਸਾਧ ਆਇਆ। ਪਰ ਆਇਆ ਕਿਵੇਂ? ਸਵਾਦ ਕਿਵੇਂ ਆਇਆ ਨਾਮ ਦਾ? ਕਹਿੰਦੇ ਗੁਰ ਸ਼ਬਦ ਦੇ ਨਾਲ, ਗੁਰੂ ਉਪਦੇਸ਼ ਦੇ ਨਾਲ, ਗੁਰੂ ਸਿੱਖਿਆ ਦੇ ਨਾਲ। ਜਿਨ੍ਹਾਂ ਨੇ ਕਮਾਈ ਕੀਤੀ ਹੈ ਉਹਨਾਂ ਨੂੰ ਇਹ ਨਾਮ ਦਾ ਸਵਾਦ ਆਇਆ। ਇਹੋ ਜਿਹਾ ਨਾਮ ਦਾ ਸਵਾਦ ਆਇਆ। ਫਿਰ ਸਰੀਰ ਦੇ ਬੰਦ-ਬੰਦ ਕੱਟੇ ਜਾ ਰਹੇ, ਆਰੇ ਨਾਲ ਚੀਰਿਆ ਜਾ ਰਿਹਾ, ਪਾਣੀ ਵਿੱਚ ਉਬਾਲਿਆ ਜਾ ਰਿਹਾ, ਬਲ ਦੇ ਭੱਠ ਦੇ ਵਿੱਚ ਬਿਠਾਇਆ ਜਾ ਰਿਹਾ ਹੈ। ਉਹ ਸਵਾਦ ਹੀ ਇੰਨਾ ਕੁ ਹੈ ਕਿ ਸਰੀਰ ਦਾ ਪਤਾ ਹੀ ਨਹੀਂ, ਪਰ ਨਾਮ ਮੂੰਹ ਹਰ ਵੇਲੇ ਚੱਲਦਾ ਪਿਆ। ਜਿਨ੍ਹਾਂ ਨੂੰ ਗੁਰੂ ਸ਼ਬਦ ਨਾਲ, ਗੁਰੂ ਸਿੱਖਿਆ ਨਾਲ ਜਾਂ ਗੁਰੂ ਬਖਸ਼ਿਸ਼ ਨਾਲ ਨਾਮ ਦਾ ਸਵਾਦ ਆਇਆ, ਐਸੀ ਅਵਸਥਾ ਦੇ ਮਾਲਕ ਹਨ। ਸੱਚੀ ਬਾਣੀ ਸਹਿਜ ਸਮਾਣੀ, ਹਰ ਜੀਓ ਮਨ ਵਸਾਇਆ। ਦੀ ਬਾਣੀ ਸੱਚੀ ਹੈ। ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਹੋ ਸੱਚੀ ਬਾਣੀ, ਬਾਣੀ ਤਾਂ ਗਾਵੋ ਹੋ ਗੁਰੂ ਕੇਰੀ। ਬਾਣੀ ਕਿਹੜੀ ਗਾਉਣੀ ਹੈ? ਜਿਹੜੀ ਗੁਰੂ ਦੇ ਮੁਖ ਚੋਂ ਨਿਕਲੀ ਹੈ, ਉਹ ਹੈ ਗੁਰਬਾਣੀ। ਕਈ ਵਾਰੀ ਅਸੀਂ ਕਵਿਤਾ ਪੜ੍ਹਦੇ ਜਾਂ ਇੱਧਰ ਉੱਧਰ ਦੀਆਂ ਕੁਝ ਗੱਲਾਂ ਪੜ੍ਹ ਲੈਂਦੇ, ਗਾ ਲੈਂਦੇ, ਉਹਦੇ ਉੱਪਰ ਗੁਰੂ ਮੋਹਰ ਨਹੀਂ ਲੱਗੀ ਹੈ। ਜਿਹਦੇ 'ਤੇ ਗੁਰੂ ਮੋਹਰ ਲੱਗੀ ਹੈ, ਜਿਹੜੀ ਗੁਰੂ ਮੁਖ ਚੋਂ ਨਿਕਲੀ, ਉਹ ਗੁਰਬਾਣੀ ਹੈ। ਮਹਾਰਾਜ ਕਹਿਣ ਲੱਗੇ ਆਵੋ ਹੋ ਐ ਸਿੱਖਾ ਆ ਗੁਰੂ ਦੇ ਦਰ 'ਤੇ, ਗਾਵੋ ਸੱਚੀ ਬਾਣੀ। ਸੱਚੀ ਬਾਣੀ ਨੂੰ ਗਾ। ਮਹਾਰਾਜ ਸੱਚੀ ਬਾਣੀ ਕਿਹੜੀ ਹੈ? ਮਹਾਰਾਜ ਕਹਿੰਦੇ ਸੱਚੀ ਬਾਣੀ ਉਹ ਹੈ ਜਿਹੜੀ ਗੁਰੂ ਦੇ ਮੁਖ ਤੋਂ ਨਿਕਲੀ ਹੈ। ਜਦੋਂ ਇਸ ਬਾਣੀ ਨੂੰ ਗਾਵੇਂਗਾ ਨਾ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ, ਤੇ ਪਾਤਸ਼ਾਹ ਕਹਿਣ ਲੱਗੇ ਉਸ ਵੇਲੇ ਸਹਿਜ ਸਮਾਨੀ, ਸਹਿਜ ਅਵਸਥਾ ਵਿੱਚ ਸਮਾ ਜਾਏਗਾ, ਲੀਨ ਹੋ ਜਾਏਗਾ, ਸਹਿਜ ਅਵਸਥਾ ਮਿਲ ਜਾਏਗੀ। ਤੇ ਹਰ ਜੀਓ ਮਨ ਵਸਾਇਆ, ਫਿਰ ਹਰੀ ਹਰ ਪਰਮੇਸ਼ਰ ਤੇਰੇ ਮਨ ਵਿੱਚ ਵਸੇਗਾ। ਜਦੋਂ ਸਹਿਜ ਅਵਸਥਾ ਮਿਲ ਗਈ ਫਿਰ ਪਰਮੇਸ਼ਰ ਹਿਰਦੇ ਵਿੱਚ ਵਸਦਾ ਹੈ। ਹਰ ਕਰ ਕਿਰਪਾ ਸਤਿਗੁਰੂ ਮਿਲਾਇਆ। ਜਿਨ੍ਹਾਂ ਦੇ ਉੱਪਰ ਹਰੀ ਦੀ ਕਿਰਪਾ ਹੋਈ ਹੈ ਉਹਨਾਂ ਨੂੰ ਨਿਸ਼ਾਨੀ ਇਹ ਦਿੱਤੀ ਹੈ ਵੀ ਉਹ ਗੁਰੂ ਨੂੰ ਆ ਕੇ ਮਿਲੇ ਨੇ। ਗੁਰੂ ਨੂੰ ਮਿਲਣਾ ਇਹ ਪਰਮੇਸ਼ਰ ਦੀ ਕਿਰਪਾ। ਜੇ ਅਸੀਂ ਇੱਥੇ ਸੰਗਤ ਵਿੱਚ ਬੈਠੇ ਹਾਂ ਨਾ, ਆਪਣਾ ਘਰ ਛੱਡ ਕੇ ਆਏ ਹਾਂ, ਬਿਸਤਰਾ ਛੱਡ ਕੇ ਆਏ ਹਾਂ, ਪਰਿਵਾਰ ਛੱਡ ਕੇ ਆਏ ਹਾਂ, ਪੁੱਤ ਪੋਤਰੇ ਛੱਡ ਕੇ ਇੱਥੇ ਆ ਕੇ ਬੈਠੇ ਹਾਂ ਗੁਰੂ ਦੇ ਕੋਲ ਆ ਕੇ, ਇਹ ਸਾਡੇ 'ਤੇ ਪਰਮੇਸ਼ਰ ਨੇ ਰਹਿਮ ਕੀਤੀ ਹੈ। ਸਾਨੂੰ ਬਖਸ਼ਿਆ ਉਹਨੇ ਵੀ ਚੱਲ ਤੈਨੂੰ ਮੈਂ ਗੁਰੂ ਗੋਦ ਵਿੱਚ ਲੈ ਕੇ ਚੱਲਾਂ।
ਸਾਨੂੰ ਉਦਮ ਦਿੱਤਾ ਹੈ, ਸਾਡੇ ਦਲਿੱਦਰ ਨੂੰ ਉਹਨੇ ਤੋੜਿਆ, ਸਾਨੂੰ ਉਹਨੇ ਬਹਾਨਾ ਦਿੱਤਾ ਹੈ ਕਿ ਵੀ ਚੱਲ ਤੈਨੂੰ ਸੰਗਤ ਵਿੱਚ ਲੈ ਕੇ ਚੱਲਾਂ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਭਾਈ ਬਚਨ ਇਹ ਹੈ, ਹਰ ਕਿਰਪਾ ਤੇ ਹਰ ਕਰ ਕਿਰਪਾ ਸਤਿਗੁਰੂ ਮਿਲਾਇਆ। ਜਦੋਂ ਪਰਮੇਸ਼ਰ ਕਿਰਪਾ ਕਰਦਾ ਉਦੋਂ ਮਨੁੱਖ ਆ ਕੇ ਗੁਰੂ ਦੇ ਕੋਲ ਬੈਠਦਾ, ਉਦੋਂ ਸੰਗਤ ਵਿੱਚ ਬੈਠ ਕੇ ਕਥਾ ਸੁਣਦਾ, ਉਦੋਂ ਬੈਠ ਕੇ ਕੀਰਤਨ ਕਰਦਾ, ਜਦੋਂ ਪਰਮੇਸ਼ਰ ਚਾਹੁੰਦਾ ਹੈ। ਜਿੰਨਾ ਚਿਰ ਉਹ ਨਹੀਂ ਨਾ ਚਾਹੁੰਦਾ ਉਹਨਾਂ ਚਿਰ ਸੰਗਤ ਵਿੱਚ ਨਹੀਂ ਆਇਆ ਜਾਣਾ। ਘਰੋਂ ਤੁਰ ਲੱਗਿਆ ਕੰਮ ਯਾਦ ਆਵੇਗਾ, ਘਰੋਂ ਤੁਰ ਲੱਗਿਆ ਕਿਸੇ ਨੇ ਆਵਾਜ਼ ਮਾਰ ਕੇ ਬਿਠਾ ਲੈਣਾ, ਕਿਉਂਕਿ ਪਰਮੇਸ਼ਰ ਨਹੀਂ ਚਾਹੁੰਦਾ ਤੂੰ ਸੰਗਤ ਵਿੱਚ ਆਵੇ। ਪਰ ਜਦੋਂ ਪਰਮੇਸ਼ਰ ਨੇ ਚਾਹਿਆ, ਉਹਨੇ ਗੁਰੂ ਨਾਲ ਮਿਲਾਇਆ, ਗੁਰੂ ਨਾਲ ਮਿਲਿਆ, ਫਿਰ ਸੰਗਤ ਵਿੱਚ ਆ ਕੇ ਬੈਠਾ ਹੈ। ਪੂਰਾ ਸਤਿਗੁਰ ਹਰ ਨਾਮ ਧਿਆਇਆ। ਉਹਨੇ ਕਿਰਪਾ ਕੀ ਕੀਤੀ, ਗੁਰੂ ਨੇ ਵੇਖਿਆ ਵੀ ਆਹ ਸਿੱਖ ਰੋਜ਼ ਮੇਰੇ ਕੋਲ ਆਉਂਦਾ, ਸਵੇਰੇ ਉੱਠ ਕੇ ਆਉਂਦਾ, ਮੇਰੇ ਨਾਮ ਦੀ ਲਾਜ ਹੈ, ਜੇ ਹੁਣ ਇਹਦਾ ਭਲਾ ਨਾ ਕੀਤਾ ਤੇ ਸਾਡੇ ਨਾਮ ਨੂੰ ਲਾਜ ਲੱਗੇਗੀ। ਤੇ ਫਿਰ ਗੁਰੂ ਨੇ ਬਖਸ਼ਿਸ਼ ਕਰਕੇ ਜਦੋਂ ਤੁਰਠ ਪਿਆ ਨਾ ਗੁਰੂ ਪਾਤਸ਼ਾਹ, ਫਿਰ ਉਹਨਾਂ ਨੇ ਨਾਮ ਦਿੱਤਾ, ਕਹਿਣ ਲੱਗੇ ਸਿੱਖਾ ਨਾਮ ਜਪ। ਜਾਂ ਨਾਮ ਜਪਣ ਦਾ ਉਦਮ ਬਖਸ਼ਿਆ, ਜਪ ਨਾਮ ਤੇਰਾ ਭਲਾ ਹੋਵੇ। ਕਿਉਂਕਿ ਗੁਰੂ ਨੂੰ ਵੀ ਬਾਂਹ ਫੜੇ ਦੀ ਲਾਜ ਹੈ ਨਾ, ਵੀ ਮੈਂ ਇਹਦੀ ਬਾਂਹ ਫੜੀ ਹੈ, ਮੇਰੇ ਕੋਲ ਆਉਂਦਾ, ਜੇ ਹੁਣ ਵੀ ਇਹਨੂੰ ਜਮਾਂ ਦੀ ਮਾਰ ਪੈ ਗਈ ਤੇ ਸਾਡੇ ਨਾਮ ਨੂੰ ਦਾਗ ਲੱਗੇਗਾ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ, ਪਤਤ ਉਦਾਹਰਨ ਸਤਿਗੁਰ ਮੇਰਾ ਮੋਹਿ ਤਿਸ ਕਾ ਪ੍ਰਵਾਸਾ ਬਖਸ਼ ਲਹਿਓ ਸੁਨ ਸੱਚੇ ਸਾਹਿਬ ਨਾਨਕ ਕੀ ਅਰਦਾਸ। ਸਾਡਾ ਗੁਰੂ ਇਹੋ ਜਿਹਾ ਪਾਪੀਆਂ ਨਾਲ ਭਲਾ ਕਰ ਦੇਣ ਵਾਲਾ, ਜਦੋਂ ਉਹਦੀ ਸ਼ਰਨ ਵਿੱਚ ਆਉਂਦੇ ਆ। ਮਹਾਰਾਜ ਕਹਿਣ ਲੱਗੇ, ਭਾਈ ਸਤਿਗੁਰਾਂ ਨੇ ਫਿਰ ਨਾਮ ਜਿਸ ਵੇਲੇ ਦਿੱਤਾ ਤੇ ਨਾਮ ਜਪ ਕੇ ਫਿਰ ਭਲਾ ਹੁੰਦਾ ਹੈ। ਰਾਉ ਬ੍ਰਹਮੇ ਵੇਦ ਬਾਣੀ ਪ੍ਰਗਾਸੀ ਮਾਇਆ ਮੋਹ ਪਸਾਰਾ। ਦੁਨੀਆਂ ਦੇ ਵਿੱਚ 3 ਦੇਵਤੇ ਨੇ ਤੇ ਮਹਾਰਾਜ ਕਹਿਣ ਲੱਗੇ, ਏਕਾ ਮਾਈ ਜੁਗਤ ਵਿਆਈ, 3 ਚੇਲੇ ਬਰਮਾ, ਸ਼ਿਵ ਜੀ ਤੇ ਵਿਸ਼ਨੂੰ। ਇੱਥੇ ਮਹਾਰਾਜ ਉਹਨਾਂ ਦਾ ਜ਼ਿਕਰ ਕਰਦੇ। ਬਹੁਤੇ ਲੋਕ ਬਰਮਾ ਨੂੰ ਮੰਨਦੇ ਨੇ ਕਿਉਂਕਿ ਉਹ ਜਨਮ ਦੇਣ ਵਾਲਾ ਮੰਨਿਆ ਜਾਂਦਾ, ਪਰ ਪੂਰੀ ਦੁਨੀਆ ਵਿੱਚ ਬਰਮਾ ਦਾ ਮੰਦਰ ਇੱਕੋ ਹੀ ਹੈ। ਵੇਦਾਂ ਦੇ ਵਿੱਚ ਲਿਖਿਆ, ਸ਼ਾਸਤਰਾਂ ਵਿੱਚ ਲਿਖਿਆ ਵੀ ਰੋਜੀ ਰੋਟੀ ਦੇਣ ਵਾਲਾ ਵਿਸ਼ਨੂੰ ਮੰਨਿਆ ਜਾਂਦਾ, ਉਹਦੀ ਪੂਜਾ ਹੁੰਦੀ ਹੈ। ਤੇ ਮਾਰ ਕੇ ਲੈ ਕੇ ਜਾਣ ਵਾਲਾ ਸ਼ਿਵ ਜੀ ਹੈ, ਉਹਦੀ ਪੂਜਾ ਹੁੰਦੀ। ਮੌਤ ਤੋਂ ਸਾਰੇ ਡਰਦੇ ਨੇ। ਮਹਾਰਾਜ ਜੀ ਕਹਿਣ ਲੱਗੇ, ਉਹ 3 ਦੇਵਤੇ ਕਰਦੇ ਕੀ ਨੇ, ਅਸੀਂ ਉਹਨਾਂ ਬਾਰੇ ਤੁਹਾਨੂੰ ਦੱਸਦੇ ਹਾਂ। ਬਰਮਾ ਵੇਦ ਬਾਣੀ ਪ੍ਰਗਾਸੀ। ਜਿਹੜਾ ਬਰਮਾ ਹੈ ਨਾ, ਉਹਨੇ ਵੇਦਾਂ ਦੀ ਬਾਣੀ ਨੂੰ ਉਚਾਰਿਆ। ਜਿਹੜੇ 4 ਵੇਦ ਨੇ, ਰਿਗ ਵੇਦ, ਸ਼ਾਮ ਵੇਦ, ਅਥਰਵਣ ਵੇਦ, ਜਜੁਰ ਵੇਦ, ਇਹ ਵੇਦਾਂ ਦੇ ਨਾਮ ਨੇ। ਇਹ 4 ਵੇਦ ਬਰਮਾ ਦੇ ਮੁਖੋਂ ਜਿਹੜੇ ਬਚਨ ਨਿਕਲੇ, ਬਾਣੀ ਨਿਕਲੇ, ਉਹ ਬਚਨ ਜਿਹੜੇ ਸਨ ਬਿਆਸ ਰਿਖੀ ਨੇ ਜਾਂ ਹੋਰਾਂ ਰਿਖੀਆਂ ਨੇ ਗ੍ਰੰਥਾਂ ਵਿੱਚ ਲਿਖੇ, ਉਹਨਾਂ ਗ੍ਰੰਥਾਂ ਨੂੰ ਆਖਿਆ ਗਿਆ ਵੇਦ। ਤੇ ਪਰ